ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਾਰਾਂ ਦੀ ਵਿਚਾਰ ਸਾਂਝੀ ਕਰਕੇ ਤੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ ਕਾਨੜੇ ਕੀ ਵਾਰ ਦੀ ਚੌਥੀ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪਾਵਨ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1314 ਤੇ ਅੰਕਿਤ ਹੈ। ਸ਼ਲੋਕ ਮਹਿਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਉਰ ਧਾਰ। ਉਰ ਦਾ ਮਤਲਬ ਹਿਰਦਾ, ਧਾਰ ਦਾ ਮਤਲਬ ਧਾਰਨ ਕਰਕੇ ਰੱਖੋ, ਸਾਂਭ ਕੇ ਰੱਖੋ। ਅੰਮ੍ਰਿਤ ਨਾਮ ਰਸ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ, ਜਿਸ ਰਾਹੀਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਨਾਮ ਦਾ ਮਤਲਬ ਪ੍ਰਭੂ ਦਾ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਜੋ ਪ੍ਰਭੂ ਦੀ ਸਿਫਤ ਸਲਾਹ ਹੈ, ਪ੍ਰਭੂ ਦਾ ਹੁਕਮ ਹੈ, ਇਹ ਆਤਮਿਕ ਜੀਵਨ ਦੇਣ ਵਾਲਾ ਇੱਕ ਮਹਾਨ ਵੱਡਾ ਰਸ ਹੈ। ਤੇ ਇਸ ਅੰਮ੍ਰਿਤ ਨੂੰ, ਪ੍ਰਭੂ ਦੇ ਹੁਕਮ ਨੂੰ, ਪ੍ਰਭੂ ਦੀ ਸਿਫਤ ਸਲਾਹ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੋ, ਆਪਣੇ ਹਿਰਦੇ ਦੇ ਅੰਦਰ ਸਾਂਭ ਕੇ ਰੱਖੋ। ਯਾਨੀ ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਓ। ਜੋ ਰੱਬੀ ਗੁਣ ਨੇ ਇਹੀ ਸਾਨੂੰ ਆਤਮਿਕ ਜੀਵਨ ਦੇਣ ਵਾਲੇ ਨੇ। ਮਤਲਬ ਕਿ ਜੋ ਵੀ ਇਨਸਾਨ ਆਤਮਿਕ ਜ਼ਿੰਦਗੀ ਜੀਣਾ ਚਾਹੁੰਦਾ ਹੈ, ਆਤਮਿਕ ਆਨੰਦ ਮਾਣਨਾ ਚਾਹੁੰਦਾ ਹੈ, ਉਹਨੂੰ ਚਾਹੀਦਾ ਹੈ ਕਿ ਉਹ ਰੱਬੀ ਗੁਣਾਂ ਨੂੰ ਆਪਣੀ ਸੋਚ ਵਿੱਚ ਵਸਾਏ ਔਰ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਪਰ ਗੁਰੂ ਦੇ ਸ਼ਬਦ ਦੀ ਰਾਹੀਂ ਇਸ ਵਿਚਾਰ ਨੂੰ ਸਮਝ ਲਓ। ਬੁੱਝੋ ਸ਼ਬਦ ਵਿਚਾਰ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ ਇਸ ਵਿਚਾਰ ਨੂੰ ਸਮਝੋ ਕਿ ਵਿੱਚ ਸੰਗਤ ਹਰ ਪ੍ਰਭ ਵਰਤਦਾ, ਕਿ ਸੰਗਤ ਦੇ ਅੰਦਰ ਪ੍ਰਭੂ ਆਪ ਵਸਦਾ ਹੈ। ਯਾਨੀ ਜੋ ਵੀ ਗੁਰੂ ਦੀ ਸੰਗਤ ਵਿੱਚ ਮਿਲੇਗਾ, ਗੁਰੂ ਸ਼ਬਦ ਨੂੰ ਸਰਵਣ ਕਰੇਗਾ, ਗੁਰੂ ਸ਼ਬਦ ਰਾਹੀਂ, ਗੁਰੂ ਉਪਦੇਸ਼ ਰਾਹੀਂ ਉਸ ਨੂੰ ਸਮਝ ਆਏਗੀ ਕਿ ਜਗਤ ਦੇ ਕਣ ਕਣ ਦੇ ਅੰਦਰ ਪ੍ਰਭੂ ਪਰਮਾਤਮਾ ਆਪ ਵਰਤ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਇਹ ਸਮਝ ਲਵੋ ਕਿ ਪ੍ਰਭੂ ਸਾਧ ਸੰਗਤ ਵਿੱਚ ਵਸਦਾ ਹੈ। ਯਾਨੀ ਗੁਰੂ ਦੀ ਸ਼ਰਨ ਵਿੱਚ ਜਾਇਆ ਸਾਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ ਕਿ ਪ੍ਰਭੂ ਜਗਤ ਦੇ ਕਣ ਕਣ ਦੇ ਅੰਦਰ ਵਸ ਰਿਹਾ ਹੈ। ਮਨ ਹਰ ਹਰ ਨਾਮ ਧਿਆਇਆ, ਬਿਖ ਹਉਮੈ ਕੱਢੀ ਮਾਰ। ਮਨ ਦਾ ਮਤਲਬ ਮਨ ਵਿੱਚ, ਨਾਮ ਦਾ ਮਤਲਬ ਪ੍ਰਭੂ ਦਾ ਹੁਕਮ, ਧਿਆਇਆ ਦਾ ਮਤਲਬ ਜਿਸ ਨੇ ਵਸਾਇਆ, ਧਿਆਨ ਵਿੱਚ ਰੱਖਿਆ। ਬਿਖ ਦਾ ਮਤਲਬ ਜ਼ਹਿਰ, ਹਉਮੈ ਦਾ ਮਤਲਬ ਹਉਮੈ, ਕੱਢੀ ਮਾਰ ਦਾ ਮਤਲਬ ਮਾਰ ਕੇ ਕੱਢ ਦਿੱਤੀ। ਜਿਸ ਵੀ ਮਨੁੱਖ ਨੇ ਪ੍ਰਭੂ ਦੇ ਹੁਕਮ ਨੂੰ, ਰੱਬੀ ਰਜ਼ਾ ਨੂੰ ਆਪਣੇ ਮਨ ਦੇ ਅੰਦਰ ਵਸਾਇਆ, ਜਿਸ ਨੇ ਵੀ ਧਿਆਨ ਧਰਿਆ, ਆਪਣੇ ਧਿਆਨ ਦੇ ਵਿੱਚ ਰੱਬੀ ਗੁਣਾਂ ਨੂੰ ਵਸਾਇਆ, ਉਸਨੇ ਆਪਣੀ ਜ਼ਿੰਦਗੀ ਦੇ ਅੰਦਰੋਂ ਹਉਮੈ ਦੀ ਜ਼ਹਿਰ ਨੂੰ ਮਾਰ ਕੇ ਬਾਹਰ ਕੱਢ ਦਿੱਤਾ। ਯਾਨੀ ਹਉਮੈ ਦੀ ਜ਼ਹਿਰ ਬਾਹਰ ਨਿਕਲੇਗੀ ਤਾਂ ਪ੍ਰਭੂ ਦੇ ਗੁਣ ਸਾਡੀ ਜ਼ਿੰਦਗੀ ਵਿੱਚ ਵਸਣਗੇ। ਤੇ ਯਾਦ ਰੱਖਣਾ, ਜਿੱਥੇ ਹਉਮੈ ਹੈ ਉੱਥੇ ਗੁਣ ਨਹੀਂ ਹਨ, ਉੱਥੇ ਪ੍ਰਭੂ ਦਾ ਨਾਮ ਨਹੀਂ ਹੈ, ਹੁਕਮ ਨਹੀਂ ਹੈ। ਔਰ ਜਿੱਥੇ ਹੁਕਮ ਹੈ ਉੱਥੇ ਹਉਮੈ ਨਹੀਂ ਹੈ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਔਰ ਹਉਮੈ ਹੀ ਸਾਰੇ ਰੋਗਾਂ ਦੀ ਬਿਮਾਰੀ ਹੈ, ਜੜ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ ਵਾਲੇ ਸ਼ਬਦ ਵਿੱਚ ਅਸੀਂ ਇਹ ਚੀਜ਼ ਖੁੱਲ ਕੇ ਵਿਚਾਰੀ ਸੀ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਵੀ ਮਨੁੱਖ ਨੇ ਆਪਣੇ ਮਨ ਵਿੱਚ ਪ੍ਰਭੂ ਦੇ ਗੁਣਾਂ ਨੂੰ, ਰੱਬੀ ਹੁਕਮ ਨੂੰ ਵਸਾ ਲਿਆ, ਉਹਨੇ ਆਪਣੇ ਅੰਦਰੋਂ ਆਤਮਿਕ ਮੌਤ ਲਿਆਉਣ ਵਾਲੀ ਹਉਮੈ ਦੀ ਜ਼ਹਿਰ ਨੂੰ ਮਾਰ ਕੇ ਬਾਹਰ ਕੱਢ ਦਿੱਤਾ। ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੂਏ ਜਨਮ ਸਭ ਹਾਰ। ਜਿਸ ਨੇ ਪ੍ਰਭੂ ਦੇ ਨਾਮ ਨੂੰ ਨਹੀਂ ਚੇਤਿਆ, ਮੀਨਸ ਕਿ ਜਿਸ ਨੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ, ਉਹਨਾਂ ਨੇ ਕੀ ਕੀਤਾ ਹੈ? ਜੂਏ ਜਨਮ ਸਭ ਹਾਰ। ਉਹਨਾਂ ਨੇ ਆਪਣਾ ਸਾਰੇ ਦਾ ਸਾਰਾ ਜੀਵਨ ਜੂਏ ਦੇ ਅੰਦਰ ਮਾਨੋ ਹਾਰ ਲਿਆ ਹੈ। ਯਾਨੀ ਜਿਨ੍ਹਾਂ ਦੇ ਚੇਤੇ ਵਿੱਚ ਪ੍ਰਭੂ ਦਾ ਹੁਕਮ ਨਹੀਂ, ਜਿਨ੍ਹਾਂ ਦੇ ਚੇਤ ਦੇ ਅੰਦਰ ਰੱਬੀ ਗੁਣ ਨਹੀਂ ਹਨ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਜੂਏ ਦੇ ਅੰਦਰ ਹਾਰ ਦਿੱਤੀ। ਜਿਵੇਂ ਜੁਆਰੀ ਬੰਦਾ
ਜੂਆ ਖੇਲਦਿਆਂ ਇਹ ਸੋਚ ਕੇ ਜਾਂਦਾ ਹੈ ਕਿ ਸ਼ਾਇਦ ਮੈਂ ਜਿੱਤ ਕੇ ਆਵਾਂਗਾ, ਲਾਹਾ ਲੈ ਕੇ ਆਵਾਂਗਾ, ਪਰ ਹੁੰਦਾ ਇਸ ਦੇ ਉਲਟ ਹੈ। ਜੋ ਉਹਦੀ ਆਪਣੀ ਪ੍ਰਾਪਰਟੀ ਧਨ ਸੰਪਦਾ ਹੁੰਦੀ ਹੈ, ਉਸ ਨੂੰ ਹੀ ਉਹ ਹਾਰ ਕੇ ਆ ਜਾਂਦਾ ਹੈ ਔਰ ਉਹਦੇ ਜੀਵਨ ਵਿੱਚ ਬਾਕੀ ਬਚਦਾ ਹੈ ਪਛਤਾਵਾ। ਇਸੇ ਤਰ੍ਹਾਂ ਜਿਨ੍ਹਾਂ ਇਨਸਾਨਾਂ ਨੇ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਨੂੰ ਨਹੀਂ ਵਸਾਇਆ, ਜਿਨ੍ਹਾਂ ਦੇ ਚੇਤੇ ਵਿੱਚ ਰੱਬੀ ਹੁਕਮ ਨਹੀਂ ਹੈ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਾਨੋ ਜੂਏ ਦੇ ਅੰਦਰ ਹਾਰ ਦਿੱਤੀ ਹੈ, ਵਿਕਾਰਾਂ ਵਿੱਚ ਹਾਰ ਦਿੱਤੀ ਹੈ ਔਰ ਉਹਨਾਂ ਦੇ ਜੀਵਨ ਵਿੱਚ ਸਿਰਫ ਔਰ ਸਿਰਫ ਪਛਤਾਵਾ ਰਹਿ ਜਾਂਦਾ ਹੈ। ਗੁਰ ਤੁਠੈ ਹਰ ਚੇਤਾਇਆ, ਹਰ ਨਾਮਾ ਹਰ ਉਰਤਾਰ। ਗੁਰ ਤੁਠੈ ਦਾ ਮਤਲਬ ਗੁਰੂ ਦੇ ਪ੍ਰਸੰਨ ਹੋਣ ਤੇ। ਹਰ ਗੁਰ ਤੁਠੈ ਹਰ ਚੇਤਾਇਆ, ਜਿਨ੍ਹਾਂ ਦੇ ਉੱਤੇ ਗੁਰੂ ਰਹਿਮਤ ਕਰਦਾ ਹੈ, ਉਹਨਾਂ ਨੂੰ ਗੁਰੂ ਨੇ ਪ੍ਰਭੂ ਚੇਤੇ ਕਰਾਇਆ ਹੈ ਔਰ ਉਹਨਾਂ ਨੇ ਹਰੀ ਨੂੰ, ਹਰੀ ਦੇ ਹੁਕਮ ਨੂੰ, ਉਰਤਾਰ ਦਾ ਮਤਲਬ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੈ। ਜਿਨ੍ਹਾਂ ਤੇ ਗੁਰੂ ਤੁਠਿਆ, ਯਾਨੀ ਜੋ ਗੁਰੂ ਦੀ ਰਹਿਮਤ ਦੇ ਪਾਤਰ ਬਣੇ, ਗੁਰੂ ਨੇ ਰਹਿਮਤ ਕੀਤੀ, ਉਹਨਾਂ ਨੇ ਹਰੀ ਨੂੰ, ਰੱਬ ਨੂੰ, ਰੱਬੀ ਗੁਣਾਂ ਨੂੰ ਔਰ ਹਰ ਨਾਮਾਂ ਦਾ ਮਤਲਬ ਹਰੀ ਦੇ ਹੁਕਮ ਨੂੰ ਆਪਣੀ ਸੋਚ ਮੰਡਲ ਦੇ ਅੰਦਰ ਵਸਾ ਲਿਆ। ਉਹ ਰੱਬੀ ਰਜਾ ਵਿੱਚ ਤੁਰੇ ਔਰ ਰੱਬੀ ਗੁਣਾਂ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਤੇ ਉਹਨਾਂ ਨੂੰ ਫਲ ਕੀ ਮਿਲਿਆ, ਉਹਨਾਂ ਦੇ ਜੀਵਨ ਦਾ ਰਿਜ਼ਲਟ ਕੀ ਨਿਕਲਿਆ। ਜਨ ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਮੁਖ ਉਸ ਪ੍ਰਭੂ ਦੇ ਦਰ ਦੇ ਵਿੱਚ ਸੱਚੇ ਹੁੰਦੇ ਨੇ, ਭਾਵ ਸੁਰਖਰੂ ਹੁੰਦੇ ਨੇ। ਉਹਨਾਂ ਦਾ ਮੁਖ ਰੱਬੀ ਦਰ ਦੇ ਉੱਤੇ ਉਜਵਲ ਹੈ, ਭਾਵ ਕਿ ਉਹਨਾਂ ਨੂੰ ਹਰ ਥਾਂ ਤੇ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਰੱਬੀ ਦਰ ਤੇ ਉਹ ਲੋਕ ਮਾਣ ਪਾਉਂਦੇ ਨੇ ਜਿਨ੍ਹਾਂ ਨੇ ਹਰੀ ਨੂੰ, ਹਰੀ ਦੇ ਗੁਣਾਂ ਨੂੰ, ਹਰੀ ਦੇ ਹੁਕਮ ਨੂੰ ਆਪਣੇ ਮਨ ਦੇ ਅੰਦਰ ਵਸਾਇਆ ਹੈ। ਗੁਰੂ ਦੇ ਰਾਹਾਂ ਤੇ ਚੱਲ ਕੇ ਉਹਨਾਂ ਇਨਸਾਨਾਂ ਦੇ ਮੁਖ ਰੱਬੀ ਦਰ ਦੇ ਉੱਤੇ ਉਜਵਲ ਹੁੰਦੇ ਨੇ, ਉਹ ਰੱਬੀ ਦਰ ਤੇ ਸੁਰਖਰੂ ਹੁੰਦੇ ਨੇ। ਉਹਨਾਂ ਨੂੰ ਸੰਸਾਰ ਅੰਦਰ ਵੀ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਮਹਿਲਾ ਚੌਥਾ, ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਕਰਨੀ ਸਾਰ ਦਾ ਮਤਲਬ ਸ੍ਰੇਸ਼ਟ ਕਰਨੀ, ਸਭ ਤੋਂ ਚੰਗਾ ਜੋ ਕਰਮ ਹੈ ਦੁਨੀਆ ਦੇ ਅੰਦਰ। ਕਲਯੁਗ ਦਾ ਮਤਲਬ ਹੈ ਕਿ ਕਲ ਕਲੇਸ਼ ਭਰਿਆ ਜੋ ਸਮਾਂ ਹੈ, ਵਿਕਾਰਾਂ ਵੇੜਿਆ ਹੋਇਆ ਜੋ ਜਗਤ ਹੈ। ਕਲਯੁਗ ਦਾ ਮਤਲਬ ਵਿਕਾਰਾਂ ਵੇੜਿਆ ਜਗਤ, ਜਿੱਥੇ ਕਲ ਕਲੇਸ਼ ਹੈ, ਜਿਸ ਜੀਵਨ ਦੇ ਅੰਦਰ ਪਾਪ ਔਰ ਵਿਕਾਰ ਅਪਰਾਧ ਨੇ। ਇਸ ਸੰਸਾਰ ਅੰਦਰ, ਐਸੇ ਮਾਹੌਲ ਦੇ ਅੰਦਰ ਜੋ ਸਭ ਤੋਂ ਉੱਤਮ ਕੰਮ ਹੈ ਉਹ ਕੀ ਹੈ? ਹਰ ਕੀਰਤ ਉੱਤਮ ਨਾਮ ਹੈ। ਹਰ ਕੀਰਤ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਯਾਨੀ ਰੱਬੀ ਗੁਣ। ਨਾਮ ਦਾ ਮਤਲਬ ਪ੍ਰਭੂ ਦਾ ਜੋ ਹੁਕਮ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਦਾ ਹੁਕਮ ਹੈ ਔਰ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ, ਇਸ ਵਿਕਾਰਾਂ ਵੇੜੇ ਜਗਤ ਦੇ ਅੰਦਰ ਸਭ ਤੋਂ ਉੱਤਮ ਕਰਨੀ ਹੈ, ਸਭ ਤੋਂ ਉੱਤਮ ਕੰਮ ਹੈ। ਤਾਂ ਇਹਨੂੰ ਹੋਰ ਅਸੀਂ ਚੰਗੀ ਤਰ੍ਹਾਂ ਸਮਝ ਲਈਏ ਕਿ ਜਿਸ ਸੰਸਾਰ ਸਮਾਜ ਅੰਦਰ ਆਮ ਆਦਮੀ ਵਿਕਾਰਾਂ ਦੇ ਵਿੱਚ ਖਚਤ ਹੈ, ਤਾਂ ਐਸੇ ਸਮਾਜ ਔਰ ਸੰਸਾਰ ਦੇ ਅੰਦਰ ਕਿੰਨੇ ਸਾਰੇ ਲੋਕ ਕਰਮਕਾਂਡ ਧਰਮ ਦੇ ਨਾਮ ਤੇ ਕਰਦੇ ਨੇ। ਤਾਂ ਐਸੇ ਜਗਤ ਦੇ ਅੰਦਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਾਪਤ ਕਰਨ ਲਈ ਜਾਂ ਸੰਸਾਰ ਔਰ ਸਮਾਜ ਨੂੰ ਸਵਰਗ ਵਿੱਚ ਕਨਵਰਟ ਕਰਨ ਲਈ ਸਭ ਤੋਂ ਉੱਤਮ ਕੰਮ ਕਿਹੜਾ ਹੈ? ਉਹ ਹੈ ਰੱਬੀ ਰਜ਼ਾ ਦੇ ਅੰਦਰ ਤੁਰਨਾ ਔਰ ਪ੍ਰਭੂ ਦੀ ਸਿਫਤ ਸਲਾਹ ਕਰਨੀ। ਇਹ ਸਭ ਤੋਂ ਸ੍ਰੇਸ਼ਟ ਕਰਨੀ ਹੈ, ਸਭ ਤੋਂ ਉੱਤਮ ਕਰਮ ਹੈ। ਮਤ ਗੁਰਮਤ ਕੀਰਤ ਪਾਈਐ, ਹਰ ਨਾਮਾ ਹਰ ਉਰਤਾਰ। ਮਤ ਗੁਰਮਤ ਦਾ ਮਤਲਬ ਗੁਰੂ ਦੀ ਮਤ ਦੇ ਧਾਰਨੀ ਬਣ ਕੇ। ਕੀਰਤ ਪਾਈਏ ਦਾ ਮਤਲਬ ਸਿਫਤ ਸਲਾਹ ਦੀ ਦਾਤ ਮਿਲਦੀ ਹੈ। ਹਰ ਨਾਮਾਂ ਦਾ ਮਤਲਬ ਰੱਬੀ ਹੁਕਮ, ਹਰ ਦਾ ਮਤਲਬ ਰੱਬ, ਉਰਤਾਰ ਦਾ ਮਤਲਬ ਹਿਰਦੇ ਅੰਦਰ ਧਾਰਨ ਕਰਨਾ, ਆਪਣੀ ਸੋਚ ਦੇ ਅੰਦਰ ਵਸਾਣਾ। ਪਰ ਗੁਰੂ ਦੀ ਮੱਤ ਉੱਤੇ ਤੁਰਿਆ ਇਹ ਸਿਫਤ ਸਲਾਹ ਮਿਲਦੀ ਹੈ। ਜੇ ਗੁਰੂ ਦੀ ਮੱਤ ਦੇ ਧਾਰਨੀ ਹੋਈਏ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ, ਤਾਂ ਹੀ ਇਹ ਸਿਫਤ ਸਲਾਹ ਕਰਨੀ ਮਿਲਦੀ ਹੈ। ਤੇ ਜੇ ਕੋਈ ਇਨਸਾਨ ਗੁਰੂ ਦੀ ਮੱਤ ਦਾ ਧਾਰਨੀ ਨਾ ਹੋਵੇ ਤਾਂ ਉਹ ਸਿਫਤ ਸਲਾਹ ਨਹੀਂ ਕਰੇਗਾ, ਸਗੋਂ ਉਹ ਵਿਕਾਰਾਂ ਦੇ ਵਿੱਚ ਖਚਤ ਹੋਵੇਗਾ ਔਰ ਧਰਮ ਦੇ ਨਾਮ ਤੇ ਹੋਰ ਅਨੇਕਾਂ ਕਰਮਕਾਂਡ ਕਰਦਾ ਰਹੇਗਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਮੱਤ ਤੇ ਤੁਰਿਆ
ਰੱਬੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਔਰ ਰੱਬੀ ਹੁਕਮ ਨੂੰ ਔਰ ਪ੍ਰਭੂ ਨੂੰ ਆਪਣੇ ਮਨ ਦੇ ਅੰਦਰ ਵਸਾਣਾ ਮਿਲਦਾ ਹੈ। ਤਾਂ ਹੀ ਅਸੀਂ ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਸਕਦੇ ਹਾਂ ਜੇ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਹਾਂ। ਵੱਡ ਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ। ਭੰਡਾਰ ਦਾ ਮਤਲਬ ਖਜ਼ਾਨਾ। ਵੱਡੇ ਭਾਗਾਂ ਵਾਲੇ ਨੇ ਉਹ ਮਨੁੱਖ ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਦਾ ਧਿਆਨ ਧਰਿਆ ਹੈ, ਰੱਬੀ ਹੁਕਮ ਨੂੰ ਆਪਣੇ ਧਿਆਨ ਵਿੱਚ ਵਸਾਇਆ ਹੈ, ਆਪਣੇ ਧਿਆਨ ਨੂੰ ਰੱਬੀ ਹੁਕਮ ਦੇ ਨਾਲ ਜੋੜਿਆ ਹੈ। ਜਿਨ੍ਹਾਂ ਦਾ ਧਿਆਨ ਰੱਬੀ ਸਿਫਤ ਸਲਾਹ ਵਿੱਚ ਹੈ ਔਰ ਜਿਨ੍ਹਾਂ ਦੇ ਧਿਆਨ ਦੇ ਅੰਦਰ ਰੱਬੀ ਸਿਫਤ ਸਲਾਹ ਹੈ, ਉਹ ਲੋਕ ਵਡਭਾਗੀ ਨੇ, ਉਹ ਖੁਸ਼ਕਿਸਮਤ ਨੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਪ੍ਰਭੂ ਨੇ ਨਾਮ ਦਾ ਭੰਡਾਰਾ, ਗੁਣਾਂ ਦਾ ਭੰਡਾਰਾ, ਸੁੱਖਾਂ ਦਾ ਭੰਡਾਰ, ਖਜ਼ਾਨਾ ਸੌਂਪ ਦਿੱਤਾ ਹੈ। ਯਾਨੀ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ, ਉਹਨਾਂ ਨੂੰ ਸੁੱਖਾਂ ਦਾ ਖਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਆ ਜਾਂਦੀ ਹੈ ਔਰ ਇਹ ਭੰਡਾਰੇ ਹਰ ਇਨਸਾਨ ਦੇ ਅੰਦਰ ਭਰੇ ਪਏ ਨੇ। ਸੁੱਖਾਂ ਦੇ ਝਰਨੇ ਚੱਲ ਰਹੇ ਨੇ ਅੰਦਰ, ਸੁੱਖਾਂ ਦੇ ਮਾਨੋ ਦਰਿਆ ਚੱਲ ਰਹੇ ਨੇ, ਲੇਕਿਨ ਇਹ ਮਿਲਦੇ ਉਹਨਾਂ ਨੂੰ ਨੇ ਜੋ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ। ਬਿਨ ਨਾਮੈ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਬਿਨ ਨਾਮੈ ਦਾ ਮਤਲਬ ਨਾਮ ਤੋਂ ਬਿਨਾ, ਯਾਨੀ ਰੱਬੀ ਹੁਕਮ ਤੋਂ ਬਿਨਾ। ਕਰਮ ਕਮਾਵਣੇ, ਜੋ ਵੀ ਬੰਦਾ ਕਰਮ ਕਰਦਾ ਹੈ ਰੱਬੀ ਸਿਫਤ ਸਲਾਹ ਤੋਂ ਬਿਨਾ, ਯਾਨੀ ਰੱਬ ਦੇ ਗੁਣਾਂ ਨੂੰ ਛੱਡ ਕੇ, ਰੱਬੀ ਹੁਕਮ ਤੋਂ ਉਲਟ ਚੱਲ ਕੇ ਜੋ ਵੀ ਬੰਦਾ ਕਰਮ ਕਰਦਾ ਹੈ, ਜੋ ਵੀ ਬੰਦਾ ਕਰਮ ਕਰਦਾ ਹੈ ਰੱਬੀ ਹੁਕਮ ਨੂੰ ਛੱਡ ਕੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਦਾਤ ਨਹੀਂ ਮਿਲਦੀ, ਸਗੋਂ ਐਸੇ ਲੋਕ ਹਮੇਸ਼ਾ ਖੁਆਰ ਹੁੰਦੇ ਨੇ ਔਰ ਉਹਨਾਂ ਦੇ ਜੀਵਨ ਦੇ ਅੰਦਰ ਸਿਰਫ ਖੁਆਰੀ ਹੁੰਦੀ ਹੈ। ਬਿਨ ਨਾਮ ਹੈ ਜੇ ਕਰਮ ਕਮਾਵਣੇ, ਰੱਬੀ ਹੁਕਮ ਤੋਂ ਉਲਟ ਜਿੰਨੇ ਵੀ ਕੰਮ ਕਮਾਣੇ ਨੇ, ਨਿਤ ਹਉਮੈ ਹੋਏ ਖੁਆਰ। ਐਸੇ ਲੋਕਾਂ ਦੇ ਅੰਦਰ ਹਉਮੈ ਟਿਕੀ ਰਹਿੰਦੀ ਹੈ ਔਰ ਉਹ ਹਉਮੈ ਦੇ ਕਾਰਨ ਹਮੇਸ਼ਾ ਜੀਵਨ ਵਿੱਚ ਖੁਆਰ ਹੁੰਦੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਕਦੇ ਵੀ ਪੈਦਾ ਨਹੀਂ ਹੁੰਦੀ। ਤੇ ਐਸੇ ਲੋਕਾਂ ਦੀ ਹਾਲਾਤ ਕੀ ਹੁੰਦੀ ਹੈ? ਜਿਨ੍ਹਾਂ ਦੇ ਅੰਦਰ ਈਗੋ ਹੈ, ਜੋ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਜਿੰਦੇ, ਜੋ ਗੁਣਾਂ ਦੇ ਧਾਰਨੀ ਨਹੀਂ ਹਨ, ਉਹਨਾਂ ਦੀ ਹਾਲਾਤ ਕੈਸੀ ਹੈ? ਜਲ ਹਸਤੀ ਮਲ ਨਾਵਾਲੀ ਹੈ, ਸਿਰ ਭੀ ਫਿਰ ਪਾਵੇ ਛਾਰ। ਹਸਤੀ ਦਾ ਮਤਲਬ ਹਾਥੀ, ਜਲ ਦਾ ਮਤਲਬ ਜਲ ਦੇ ਨਾਲ, ਮਲ ਨਾਵਾਲੀ ਦਾ ਮਤਲਬ ਮਲ ਮਲ ਕੇ ਨਵਾਈਏ, ਭੀ ਫਿਰ ਪਾਵੇ ਛਾਰ, ਛਾਰ ਦਾ ਮਤਲਬ ਸਵਾ। ਗੁਰੂ ਜੀ ਕਹਿੰਦੇ ਨੇ ਬੇਸ਼ੱਕ ਹਾਥੀ ਨੂੰ ਨਿਰਮਲ ਜਲ ਦੇ ਨਾਲ, ਪਾਣੀ ਦੇ ਨਾਲ ਮਲ ਮਲ ਕੇ ਨਵਾਈਏ, ਤੇ ਨਹਾਉਣ ਤੋਂ ਬਾਅਦ ਹਾਥੀ ਕੀ ਕਰਦਾ ਹੈ? ਸਿਰ ਦੇ ਵਿੱਚ ਸਵਾ ਉਡਾ ਕੇ ਪਾ ਲੈਂਦਾ ਹੈ, ਮਿੱਟੀ ਉਡਾ ਕੇ ਆਪਣੇ ਉੱਤੇ ਫਿਰ ਪਾ ਲੈਂਦਾ ਹੈ। ਇਹ ਹਾਲਾਤ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਕਰਮ ਕਾਂਡ ਕਰਦੇ ਨੇ, ਤੀਰਥਾਂ ਦੇ ਇਸ਼ਨਾਨ, ਵਰਤ ਨਰਾਤੇ, ਸਰਾਧ ਆਦਿਕ ਐਸੇ ਕਰਮ ਕਰਦੇ ਨੇ ਔਰ ਫਿਰ ਉਹਨਾਂ ਕਰਮਾਂ ਦਾ ਹੰਕਾਰ ਕਰਦੇ ਨੇ ਕਿ ਮੈਂ ਇਹ ਕਰਮ ਕਰ ਰਿਹਾ। ਤਾਂ ਐਸੇ ਕਰਮਾਂ ਦਾ ਹੰਕਾਰ ਕਰਨਾ ਇੰਝ ਹੈ ਜਿਵੇਂ ਨਹਾਤਾ ਧੋਤਾ ਹਾਥੀ ਆਪਣੇ ਸਿਰ ਦੇ ਉੱਤੇ ਉਡਾ ਕੇ ਸੁਆਹ ਪਾ ਲੈਂਦਾ ਹੈ। ਗੁਰੂ ਜੀ ਦਾ ਪਾਵਨ ਬਾਣੀ ਦੇ ਅੰਦਰ ਬਚਨ ਵੀ ਹੈ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਹੀਂ ਫਲ ਜਾਤੇ ਜਿਉ ਕੁੰਚਰ ਇਸ਼ਨਾਨ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਲੋਕਾਂ ਦੀ ਹਾਲਾਤ ਉਸ ਹਾਥੀ ਵਰਗੀ ਹੈ ਜੋ ਇਸ਼ਨਾਨ ਤੋਂ ਬਾਅਦ ਆਪਣੇ ਸਿਰ ਵਿੱਚ ਸੁਆਹ ਪਾ ਲੈਂਦਾ ਹੈ। ਇਹ ਉਹ ਲੋਕਾਂ ਨੇ ਜਿਹੜੇ ਹਉਮੈ ਦੇ ਅੰਦਰ ਕਰਮ ਕਰਦੇ ਨੇ, ਗੁਣਾਂ ਤੋਂ ਸਖਣੇ ਨੇ, ਰੱਬੀ ਰਜ਼ਾ ਤੋਂ ਉਲਟ ਨੇ। ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਕਿ ਹੇ ਹਰੀ ਮੇਰੇ ਤੇ ਰਹਿਮਤ ਕਰ, ਮੈਨੂੰ ਗੁਰੂ ਦਾ ਮਿਲਾਪ ਕਰਾ, ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਵਾਂ, ਜਿਸ ਕਰਕੇ ਮੇਰੇ ਮਨ ਦੇ ਅੰਦਰ ਲਗਾਤਾਰ ਸੰਸਾਰ ਅੰਦਰ ਵਸਦਾ ਪ੍ਰਭੂ ਵਸ ਜਾਏ। ਮੈਨੂੰ ਗੁਰੂ ਦਾ ਮਿਲਾਪ ਕਰਾਓ, ਜਿਸ ਕਰਕੇ ਮੇਰੇ ਮਨ ਦੇ ਅੰਦਰ ਇੱਕ ਨਿਰੰਕਾਰ, ਇੱਕ ਅਕਾਲ ਪੁਰਖ ਪ੍ਰਭੂ ਵਸ ਜਾਏ।
जिस करके मेरी सोच के अंदर ये चीज वस जाए, घर घर जाए, मैनू समझ आ जाए, मैं इस चीज नू अमल विच लियावां कि एक प्रभु ही चार चुफेरे वसिया होया है, ਉਹਦੇ ਤੋਂ बिना कोई नहीं है। मैं हर एक दे नाल हरी वर्गा व्यवहार कर सकां, मैं अंदरों बाहरों एक हो सकां, मैं एक नजरिए दे नाल सारियां नू वेख सकां, क्योंकि एक ही सब दे अंदर वस रहा है। जिन गुरमुख सुन हर मन्निया, जन नानक तिन जयकार। गुरमुख का मतलब गुरु के जरिए, सुन का मतलब सुन के, मन्निया का मतलब मन्निया अमल विच लियांदा, जयकार का मतलब शोभा। गुरु पातशाह जी बख्शिश करते हैं कि हे नानक, जिन्ना मनुखा ने गुरु की शरण पै के प्रभु की सिफत सलाह सुन के ते उहदे नाल डूंगी सांझ पा लई, रब्बी हुक्म बारे सुनिया और उस चीज नू मन लिया, अमल दे विच ले आंदा, गुरु जी कहंदे ने उन्हां दी फिर जय जयकार हुंदी है, उन्हां नू फिर शोभा मिलदी है। सच्चे मार्ग चलदियां उस्तत करे जहान, जां जह जाइए तहां सुहेले वाली अवस्था बनदी है। जयकार किन्हां दा हुंदा है? मान आदर सत्कार किन्हां नू मिलदा है? जिन्हां ने सुन के मन लिया। इसलिए गुरु पातशाह जी दी पावन बाणी नू असां पढ़ना है, सुनना है और अमल विच लियाना है, अमली जिंदगी जीनी है। जदों अमली जिंदगी जीवांगे तां इस जगत विच मान आदर और सत्कार मिलेगा। पौड़ी, राम नाम वखर है उत्तम, हर नायक पुरख हमारा। वखर का मतलब सौदा, जो खरीदन की शै है। नायक का मतलब सरदार यानी आगू, मालक। गुरु पातशाह जी कहते हैं जो प्रभु का हुक्म है, असली वस्तु वो है खरीदन योग, वरतन योग, कीमती वस्तु है प्रभु का हुक्म, प्रभु की सिफत सलाह। जे इस दुनिया के अंदर सब तो उत्तम कोई कर्म है ना, वो है रब्बी रजा के अंदर तुरना। जे इस दुनिया के अंदर जीवन विच कोई सब तो चंगा कर्म है तो वह है रब्बी गुणा के धारनी होना, सत संतोख दया धर्म आदि इन्हां गुणा के धारनी होना सब तो उत्तम वखर है, सब तो उत्तम वस्तु है, सब तो उत्तम सौदा है। नायक का मतलब मालक, ते गुरु पातशाह जी कहते ने जो रमिया होया है, पुरख का मतलब रमिया होया, जो रमिया होया प्रभु है वो साडा नायक है, वो साडा मालक है, ते उस मालक दे हुक्म विच तुरना ही साडा फर्ज है। हर खेल किया हर आपे, हर खेल किया हर आपे वरतै, सब जगत किया वणजारा। गुरु साहब जी कह रहे ने सारा संसार का खेल प्रभु ने आप किया है, यानी ये संसार उस मालक का खेल है, ये उसकी रचना है, ये रचना आप रची है। आपे वरते का मतलब आप ही इस रचना के अंदर खेल के अंदर वरत रहा है, इस जगत तो कायनात तो कुदरत तो वखरा नहीं है। सब जगत किया वणजारा का मतलब सारे संसार नू उसने वणज करने वाला बनाया है। इस संसार के अंदर हर जीव ही वणजारा है, जीवन एक व्यापार ही ते है। इस जीवन के अंदर दो किस्म के व्यापारी ने, कुछ लाहे वाला व्यापार कर जाते ने और कुछ घाटे वाला व्यापार कर जाते हैं। कुछ वो ने जो सच नू आधार बना के जिंदगी जींदे ने, उन्हां दा व्यापार लाहे वाला है, वो लाहा लै जांदे ने। ते कुछ लोग वो ने जो झूठ और फरेब नू अपनी जिंदगी का बेस बनाउंदे ने, वो जीवन बाजी नू हार जांदे ने। सब जोत तेरी ज्योति विच करते, सब सच तेरा पासारा। करते का मतलब है करतार, सच का मतलब सदा होने वाला उकाई तो रहत, पसारा का मतलब है सारे का सारा जगत, सारे का सारा संसार जो दिसता अनदिसता जगत है, ये पूरी दी पूरी समुचता। तो हे करतार, ये सारा तेरा बनाया हुआ जगत इस वास्तव के अंदर होने वाला है और सच है, यानी उकाई तो रहत है, ये अंदर कोई उकाई नहीं है। और इस जगत के अंदर हर थां तेरी जोत है,
ਭਾਵ ਹਰ ਥਾਂ ਤੇਰਾ ਨੂਰ ਹੈ, ਤੇਰਾ ਜ਼ਹੂਰ ਹੈ, ਤੇਰਾ ਜਲਵਾ ਹੈ, ਤੇ ਤੂੰ ਆਪ ਇਸ ਸੰਸਾਰ ਦੇ ਅੰਦਰ ਵਸ ਰਿਹਾ ਹੈ, ਆਪ ਇਸ ਸੰਸਾਰ ਦੇ ਅੰਦਰ ਤੂੰ ਵਰਤ ਰਿਹਾ ਹੈ। ਸਭ ਧਿਆਵਹਿ ਤੁਧ ਸਫਲ ਸੇ ਗਾਵਹਿ, ਗੁਰਮਤੀ ਹਰ ਨਿਰੰਕਾਰਾ। ਹਰ ਨਿਰੰਕਾਰਾ ਦਾ ਮਤਲਬ ਹੈ ਨਿਰੰਕਾਰ, ਸਾਰੇ ਜੀਵ ਤੇਰਾ ਧਿਆਨ ਧਰਦੇ ਨੇ, ਭਾਵ ਤੇਰੇ ਹੁਕਮ ਦੇ ਅੰਦਰ ਚੱਲਦੇ ਨੇ, ਤੇ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਤੇਰੀ ਸਿਫਤ ਸਲਾਹ ਕਰਦੇ ਨੇ। ਗਾਵੇਂ ਦਾ ਮਤਲਬ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ। ਗੁਰਮਤੀ ਦਾ ਮਤਲਬ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ, ਕਿ ਹੇ ਮਾਲਕ, ਜੋ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਤੇਰੀ ਸਿਫਤ ਸਲਾਹ ਕਰਦੇ ਨੇ, ਤੇਰੇ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ, ਉਹ ਇਨਸਾਨ ਇਸ ਦੁਨੀਆ ਦੇ ਅੰਦਰ ਸਫਲ ਨੇ। ਬਿਨਾਂ ਸ਼ੱਕ ਤੋਂ ਸਾਰੀ ਦੁਨੀਆ ਹੀ ਰਜ਼ਾ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ, ਕੁਦਰਤੀ ਨਿਯਮਾਂ ਦੇ ਅੰਦਰ ਕੰਮ ਕਰ ਰਹੀ ਹੈ। ਲੇਕਿਨ ਦੁਨੀਆ ਦੇ ਅੰਦਰ ਸਫਲ ਉਹ ਨੇ, ਆਉਣਾ ਉਹਨਾਂ ਦਾ ਮੁਬਾਰਕ ਹੈ, ਜੀਵਨ ਮਨੋਰਥ ਨੂੰ ਉਹਨਾਂ ਨੇ ਹਾਸਲ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕਰਕੇ ਔਰ ਸਿਫਤ ਸਲਾਹ ਕੀਤੀ ਹੈ, ਗੁਣਾਂ ਦੇ ਜੋ ਧਾਰਨੀ ਹੋਏ ਨੇ। ਸਭ ਚਬਹੁ ਮੁਖੋਂ ਜਗਨਨਾਥ, ਜਗਨਨਾਥ ਜਗਜੀਵਨੋ, ਜਿਤ ਭਵਜਲ ਪਾਰ ਉਤਾਰਾ। ਚਬੋ ਦਾ ਮਤਲਬ ਹੈ ਬੋਲੋ, ਮੁਖੋਂ ਦਾ ਮਤਲਬ ਮੁਖ ਤੋਂ, ਜਗਜੀਵਨ ਦਾ ਮਤਲਬ ਜਗਤ ਦਾ ਜੀਵਨ, ਜਿਤ ਦਾ ਭਾਵ ਜਿਸ ਦੀ ਰਾਹੀਂ, ਭਵਜਲ ਦਾ ਮਤਲਬ ਸੰਸਾਰ ਸਮੁੰਦਰ, ਜੋ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਪਿਆਰਿਓ, ਸਾਰੇ ਹੀ ਜਗਤ ਦੇ ਮਾਲਕ, ਜਗਤ ਦੇ ਸੰਚਾਲਕ, ਜਗਤ ਨੂੰ ਜੀਵਨ ਦੇਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰੋ, ਜ਼ਬਾਨ ਚੋਂ ਉਸ ਪ੍ਰਭੂ ਦੇ ਗੁਣਾਂ ਨੂੰ ਗਾਓ, ਜਿਸ ਕਰਕੇ ਭਵਜਲ ਤੋਂ ਪਾਰ ਉਤਾਰਾ ਹੋ ਸਕਦਾ ਹੈ, ਵਿਕਾਰਾਂ ਦੀਆਂ ਘੁੰਮਣ ਘੇਰੀਆਂ ਤੋਂ ਬਚਿਆ ਜਾ ਸਕਦਾ ਹੈ। ਮਿਸਾਲ ਵਜੋਂ ਇੱਕ ਬੰਦਾ ਨੈਗੇਟਿਵ ਗੱਲਾਂ ਹੀ ਹਮੇਸ਼ਾ ਕਰਦਾ ਹੈ, ਜੀਵਨ ਦਾ ਨਕਾਰਾਤਮਕ ਪੱਖ ਹੀ ਵੇਖਦਾ ਹੈ, ਤਾਂ ਉਹਦੇ ਅੰਦਰ ਨਕਾਰਾਤਮਕਤਾ, ਨੈਗੇਟਿਵਿਟੀ ਘਰ ਕਰੀ ਜਾਂਦੀ ਹੈ, ਉਹਨੂੰ ਚਾਰ ਚੁਫੇਰੇ ਸਮੱਸਿਆਵਾਂ ਹੀ ਨਜ਼ਰੀ ਪੈਂਦੀਆਂ ਨੇ, ਔਰ ਉਹਦੇ ਜੀਵਨ ਵਿੱਚ ਵੀ ਸਮੱਸਿਆਵਾਂ ਵੱਧਦੀਆਂ ਨੇ, ਔਰ ਉਹ ਸਮਾਜ ਦੇ ਅੰਦਰ ਵੀ ਸਮੱਸਿਆਵਾਂ ਫੈਲਾਉਣ ਦਾ ਕਾਰਨ ਬਣ ਜਾਂਦਾ ਹੈ। ਤੇ ਜੇ ਹਰ ਇਨਸਾਨ ਪੋਜ਼ਿਟਿਵ ਬੋਲੇ, ਪੋਜ਼ਿਟਿਵ ਸੋਚੇ, ਔਰ ਪੋਜ਼ਿਟਿਵ ਹੀ ਆਪਣੇ ਇਮੋਸ਼ਨਸ ਬਣਾਏ, ਔਰ ਪੋਜ਼ਿਟਿਵ ਹੀ ਉਸ ਤੇ ਐਕਸ਼ਨ ਹੋਣ, ਤਾਂ ਇਸ ਦੁਨੀਆ ਦੇ ਵਿੱਚੋਂ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਚੋਂ ਪਾਰ ਹੋਇਆ ਜਾ ਸਕਦਾ ਹੈ, ਔਰ ਸੰਸਾਰ ਨੂੰ ਅਤੇ ਇਸ ਜੀਵਨ ਨੂੰ ਸਵਰਗ ਬਣਾਇਆ ਜਾ ਸਕਦਾ ਹੈ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਪਿਆਰਿਓ, ਸਾਰੇ ਹੀ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਕਰੋ, ਜਿਸ ਕਰਕੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਚੋਂ ਪਾਰ ਉਤਾਰਾ ਹੋ ਜਾਂਦਾ ਹੈ। ਸ਼ਲੋਕ ਮਹਿਲਾ ਚੌਥਾ। ਹਮਰੀ ਜਿਹਬਾ ਏਕ, ਪ੍ਰਭ ਹਰ ਕੇ ਗੁਣ ਅਗਮ ਅਥਾਹ। ਅਗਮ ਦਾ ਮਤਲਬ ਅਪਹੁੰਚ, ਅਥਾਹ ਦਾ ਮਤਲਬ ਜਿਸ ਦੀ ਥਾਹ ਨਾ ਪਾਈ ਜਾ ਸਕੇ, ਜਿਸ ਦੀ ਗਹਿਰਾਈ ਨੂੰ ਨਾਪਿਆ ਨਾ ਜਾ ਸਕੇ। ਗੁਰੂ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਹੇ ਹਰੀ, ਸਾਡੇ ਜੀਵਨ ਦੀ ਸਿਰਫ ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਨੇ, ਔਰ ਤੂੰ ਇੱਕ ਐਸਾ ਸਮੁੰਦਰ ਹੈ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਦੀ ਗਹਿਰਾਈ ਨਹੀਂ ਪਾਈ ਜਾ ਸਕਦੀ। ਤਾਂ ਇਸ ਦਾ ਭਾਵ ਇਹ ਹੈ ਕਿ ਹੇ ਪ੍ਰਭੂ, ਸਾਡੀ ਇੱਕ ਜੀਭਾ ਹੈ, ਤੇਰੇ ਅਨੰਤ ਗੁਣ ਨੇ, ਤੂੰ ਅਨੰਤ ਗੁਣਾਂ ਦਾ ਅਥਾਹ ਸਾਗਰ ਹੈ। ਭਾਵ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜ਼ਬਾਨ ਦੇ ਨਾਲ ਗੁਣਾਂ ਨੂੰ ਗਾ ਗਾ ਕੇ। ਅਸੀਂ ਸਿਫਤ ਸਲਾਹ ਕਰ ਸਕਦੇ ਹਾਂ, ਅਸੀਂ ਗੁਣਾਂ ਨੂੰ ਯੂਜ਼ ਕਰ ਸਕਦੇ ਹਾਂ, ਇੰਪਲੀਮੈਂਟ ਕਰ ਸਕਦੇ ਹਾਂ, ਬਹੁਤ ਲਾਹਾ ਲੈ ਸਕਦੇ ਹਾਂ, ਪਰ ਅੰਤ ਨਹੀਂ ਪਾ ਸਕਦੇ। ਤੇ ਦੂਜੀ ਗੱਲ ਜੋ ਇਸ ਵਿੱਚੋਂ ਨਿਕਲ ਰਹੀ ਹੈ ਪੰਕਤੀ ਚੋਂ, ਸਾਡੇ ਜੀਵਨ ਵਾਸਤੇ ਬਹੁਤ ਵੱਡੀ ਪੋਜ਼ਿਟਿਵ ਸਕਾਰਾਤਮਕਤਾ ਗੁਰੂ ਜੀ ਦੇ ਰਹੇ ਨੇ, ਕਿ ਇਸ ਦਾ ਭਾਵ ਇਹ ਹੈ ਕਿ ਰੱਬ ਦੇ ਅਨੰਤ ਗੁਣ ਨੇ, ਤੁਹਾਡੇ ਜੀਵਨ ਦੇ ਅੰਦਰ ਵਿਕਾਸ ਵਾਸਤੇ ਅਨੰਤ ਵੱਡੀ ਫੀਲਡ ਹੈ, ਅਨੰਤ ਵੱਡਾ ਮੈਦਾਨ ਹੈ, ਜਿੰਨਾ ਮਰਜ਼ੀ ਚਾਹੋ ਆਪਣੇ ਜੀਵਨ ਦੇ ਅੰਦਰ ਵਿਕਾਸ ਕਰ ਸਕਦੇ ਹੋ, ਔਰ ਰੱਬੀ ਗੁਣਾਂ ਦੇ ਧਾਰਨੀ ਹੋ ਸਕਦੇ ਹੋ। ਹਮ ਕਿਉਂ ਕਰ ਜਪਹਿ ਇਆਣਿਆ, ਹਰ ਤੁਮ ਵੱਡ ਅਗਮ ਅਗਾਹ। ਅਗਾਹ ਦਾ ਮਤਲਬ ਅਗਾਧ, ਗਹਿਰਾ, ਜਿਸ ਦੀ ਡੂੰਘਾਈ ਨੂੰ ਨਾ ਜਾਪਿਆ ਜਾ ਸਕੇ। ਕਿਉਂ ਕਰ ਦਾ ਮਤਲਬ ਕਿਵੇਂ, ਜਪੈ ਦਾ ਮਤਲਬ ਜਪੀਏ, ਜਪ ਦਾ ਮਤਲਬ ਹੁੰਦਾ ਹੈ ਜਾਣਨਾ,
ਕਿ ਅਸੀਂ ਤੇਰਾ ਅੰਤ ਕਿਵੇਂ ਜਾਣ ਸਕਦੇ ਹਾਂ। ਅਸੀਂ ਇਆਣੇ ਹਾਂ, ਅਸੀਂ ਬੇਸਮਝ ਹਾਂ, ਤੇ ਤੂੰ ਬਹੁਤ ਵੱਡਾ ਹੈ। ਤੂੰ ਸਾਡੀ ਪਹੁੰਚ ਤੋਂ ਪਰੇ ਹੈ ਔਰ ਤੂੰ ਅਨੰਤ ਗੁਣਾਂ ਦਾ ਸਾਗਰ ਹੈ। ਅਸੀਂ ਇਆਣੇ, ਬੇਸਮਝ, ਘੱਟ ਮੱਤ ਵਾਲੇ ਹਾਂ, ਸਾਡੀ ਮੱਤ ਸੀਮਤ ਹੈ। ਅਸੀਂ ਤੈਨੂੰ ਪੂਰੇ ਦਾ ਪੂਰਾ ਸਮੱਗਰ ਕਿਵੇਂ ਜਾਣ ਸਕਦੇ ਹਾਂ, ਭਾਵ ਕਿ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ, ਭਾਵ ਕਿ ਤੇਰਾ ਅੰਤ ਅਸੀਂ ਨਹੀਂ ਪਾ ਸਕਦੇ। ਹਰ ਦੇਹੋ ਪ੍ਰਭੂ ਮਤ ਊਤਮਾ, ਗੁਰ ਸਤਗੁਰ ਕੈ ਪਗ ਪਾਹ। ਪਾਹ ਦਾ ਮਤਲਬ ਅਸੀਂ ਪੈ ਜਾਈਏ, ਪਗ ਦਾ ਮਤਲਬ ਗੁਰੂ ਦੇ ਜੋ ਚਰਨ ਨੇ, ਅਸੀਂ ਗੁਰੂ ਦੇ ਚਰਨਾਂ ਤੇ ਪੈ ਜਾਈਏ। ਹਰ ਦੇਹੋ ਪ੍ਰਭੂ ਮਤ ਊਤਮਾ, ਮਤ ਊਤਮਾ ਦਾ ਮਤਲਬ ਉੱਤਮ ਮਤ, ਚੰਗੀ ਸਮਝ, ਕਿ हे ਪ੍ਰਭੂ ਸਾਨੂੰ ਐਸੀ ਚੰਗੀ ਉੱਤਮ ਸ੍ਰੇਸ਼ਟ ਮਤ ਦੇ, ਜਿਸ ਮਤ ਦੇ ਰਾਹੀਂ ਅਸੀਂ ਗੁਰੂ ਦੇ ਚਰਨਾਂ ਤੇ ਟਹਿ ਪਈਏ, ਜਿਸ ਮਤ ਦੇ ਰਾਹੀਂ ਅਸੀਂ ਗੁਰੂ ਦੀ ਮਤ ਦੇ ਧਾਰਨੀ ਬਣ ਸਕੀਏ। ਸਾਨੂੰ ਐਸੀ ਸਮਝ ਬਖਸ਼। ਗੁਰਦੇਵ ਨੇ ਹੋਰ ਥਾਂ ਵੀ ਬੜੇ ਪਿਆਰੇ ਬਚਨ ਕੀਤੇ ਨੇ। ਉੱਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹਿ ਲਾਗੈ ਨਾਉ। ਕਿਉਂਕਿ ਬੰਦੇ ਨੇ ਆਪਣੀ ਜ਼ਿੰਦਗੀ ਦਾ ਫੈਸਲਾ ਮਾਤਰਾ ਹੀ ਲੈਣਾ ਹੈ। ਮੈਂ ਕਿਸ ਰਾਹ ਤੇ ਚੱਲਣਾ ਚਾਹਨਾ, ਇਹ ਫੈਸਲਾ ਸਾਡੀ ਮੱਤ ਨੇ ਲੈਣਾ ਹੈ। ਕਿ ਮੈਂ ਕਰਮ ਕਾਂਡਾਂ ਵਾਲੇ ਰਾਹ ਤੇ ਜਾਣਾ ਹੈ, ਵਰਤਨ ਰਾਤਿਆਂ ਵਾਲੇ ਪਾਸੇ, ਪਖੰਡਾਂ ਵਾਲੇ ਪਾਸੇ, ਝੂਠ ਫਰੇਬ ਵਾਲੇ ਪਾਸੇ, ਜਾਂ ਕਿ ਮੈਂ ਸੱਚਾਈ ਦੇ ਰਾਹਾਂ ਤੇ ਜਾਣਾ ਹੈ, ਜਾਂ ਕਿ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ। ਇਹ ਮੇਰੀ ਮੱਤ ਨੇ ਫੈਸਲਾ ਕਰਨਾ ਹੈ। ਤਾਂ ਗੁਰੂ ਜੀ ਇੱਕ ਮੰਗ ਰਹੇ ਨੇ ਕਿ हे ਪ੍ਰਭੂ ਸਾਨੂੰ ਐਸੀ ਮੱਤ ਦੇ ਕਿ ਅਸੀਂ ਐਸਾ ਫੈਸਲਾ ਲਈਏ ਕਿ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਤੇ ਤੇਰੇ ਰਾਹਾਂ ਤੇ ਤੁਰ ਸਕੀਏ, ਅਸੀਂ ਗੁਰੂ ਦੀ ਮੱਤ ਦੇ ਧਾਰਨੀ ਹੋ ਸਕੀਏ। ਸਤ ਸੰਗਤ ਹਰ ਮੇਲ ਪ੍ਰਭ, ਹਮ ਪਾਪੀ ਸੰਗ ਤਰਾਂ। ਤਰਾਂ ਦਾ ਮਤਲਬ ਅਸੀਂ ਤਰ ਸਕੀਏ, ਤਰਾਂ ਦਾ ਮਤਲਬ ਤਰ ਸਕੀਏ। ਤਾਂ हे ਪ੍ਰਭੂ ਸਾਡੇ ਤੇ ਰਹਿਮਤ ਕਰ, ਸਾਨੂੰ ਸਤਸੰਗ ਵਿੱਚ ਮਿਲਾ, ਜਿਸ ਕਰਕੇ ਅਸੀਂ ਪਾਪੀ ਇਹਨਾਂ ਪਾਪਾਂ ਤੋਂ, ਵਿਕਾਰਾਂ ਤੋਂ ਤਰ ਸਕੀਏ, ਬਚ ਸਕੀਏ। ਤਾਂ ਇਸ ਦਾ ਭਾਵ ਹੈ ਕਿ ਸਤਸੰਗਤ ਹੀ ਇੱਕ ਐਸਾ ਥਾਂ ਹੈ, ਸਤਸੰਗਤ ਹੀ ਇੱਕ ਐਸਾ ਸਾਧਨ ਹੈ, ਜਿਸ ਰਾਹੀਂ ਅਸੀਂ ਪਾਪਾਂ, ਵਿਕਾਰਾਂ ਦੇ ਵਿੱਚੋਂ ਬਚ ਸਕਦੇ ਹਾਂ। ਜੇ ਇਸ ਸਮਾਜ ਔਰ ਸੰਸਾਰ ਨੂੰ ਪਾਪਾਂ ਤੋਂ ਮੁਕਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਤਸੰਗਤ ਕਰਨੀ ਚਾਹੀਦੀ ਹੈ। ਸਤਸੰਗਤ ਨੂੰ ਸਮਝ ਲੈਣਾ। ਸਤਸੰਗਤ ਸਿਰਫ ਬਾਹਰ ਦੀ ਗੱਲ ਨਹੀਂ ਹੈ। ਸਤ ਦੀ ਸੰਗਤ ਅਸੀਂ ਸੋਚ ਕਰਕੇ ਕਰਨੀ ਹੈ। ਜਦੋਂ ਅਸੀਂ ਝੂਠ ਬੋਲਦੇ ਹਾਂ ਤਾਂ ਉਦੋਂ ਅਸੀਂ ਝੂਠ ਦੀ ਸੰਗਤ ਕਰ ਰਹੇ ਹਾਂ, ਸਾਡੀ ਸੋਚ ਝੂਠ ਦੀ ਸੰਗਤ ਕਰ ਰਹੀ ਹੈ। ਜਦੋਂ ਅਸੀਂ ਲੋਭ ਕਰਕੇ ਬੇਗਾਨਾ ਹੱਕ ਖਾ ਰਹੇ ਹਾਂ ਨਾ, ਤਾਂ ਉਦੋਂ ਅਸੀਂ ਲੋਭ ਦੀ ਸੰਗਤ ਕਰ ਰਹੇ ਹਾਂ, ਬੇਸ਼ੱਕ ਅਸੀਂ ਬੈਠੇ ਕਿਤੇ ਵੀ ਹੋਈਏ। ਜਦੋਂ ਅਸੀਂ ਹੰਕਾਰ ਕਰਕੇ ਕਿਸੇ ਨੂੰ ਨੀਵਾਂ ਦਿਖਾ ਰਹੇ ਹਾਂ, ਤਾਂ ਬੇਸ਼ੱਕ ਅਸੀਂ ਕਿਸੇ ਧਾਰਮਿਕ ਅਸਥਾਨ ਤੇ ਹੀ ਕਿਉਂ ਨਹੀਂ ਬੈਠੇ, ਅਸੀਂ ਸੰਗਤ ਹੰਕਾਰ ਦੀ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਸਾਨੂੰ ਸੱਚ ਦੀ ਸੰਗਤ ਹਮੇਸ਼ਾ ਕਰਨੀ ਚਾਹੀਦੀ ਹੈ। ਸਾਡੀ ਸੁਰਤ, ਸਾਡੀ ਸੋਚ ਹਮੇਸ਼ਾ ਸੱਚ ਦੇ ਨਾਲ ਜੁੜੀ ਰਹੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਇਸ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ। हे ਮਾਲਕ ਸਾਡੇ ਤੇ ਰਹਿਮਤ ਕਰ, ਸਾਨੂੰ ਸੱਚ ਦੀ ਸੰਗਤ ਬਖਸ਼, ਜਿਸ ਕਰਕੇ ਅਸੀਂ ਪਾਪੀ, ਵਿਕਾਰੀ, ਪਾਪਾਂ ਔਰ ਵਿਕਾਰਾਂ ਤੋਂ ਬਚ ਸਕੀਏ। ਜਨ ਨਾਨਕ ਕੋ ਹਰ ਬਖਸ਼ ਲਹਿਓ, ਹਰ ਤੁਠੇ ਮੇਲ ਮਿਲਾਹ। ਮੇਲ ਮਿਲਾਹ ਦਾ ਮਤਲਬ ਤੇਰੇ ਮਿਲਾਪ ਦੇ ਅੰਦਰ ਅਸੀਂ ਮਿਲ ਸਕੀਏ। ਜਨ ਨਾਨਕ ਕੋ ਹਰ ਬਖਸ਼ ਲਹਿਓ ਦੇ ਨਾਲ ਬੇਨਤੀ ਕਰਦੇ ਨੇ ਕਿ हे ਪ੍ਰਭੂ ਦਾਸ ਨਾਨਕ ਨੂੰ ਬਖਸ਼ ਲੈ, ਦਾਸ ਨਾਨਕ ਤੇ ਰਹਿਮਤ ਕਰ, ਜਿਸ ਕਰਕੇ ਮੈਂ ਤੇਰੇ ਮੇਲ ਦੇ ਅੰਦਰ ਮਿਲ ਸਕਾਂ, ਤੇਰੇ ਮੇਲ ਵਿੱਚ ਮਿਲ ਸਕਾਂ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਰੱਬ ਦੇ ਮੇਲ ਵਿੱਚ ਮਿਲਣਾ ਹੈ, ਮਤਲਬ ਪ੍ਰਭੂ ਦੇ ਅੰਦਰ ਮਿਲਣਾ ਹੈ, ਤੇ ਜਿਹੜਾ ਪ੍ਰਭੂ ਵਿੱਚ ਮਿਲੇਗਾ ਉਹ ਪ੍ਰਭੂ ਵਰਗਾ ਹੀ ਹੋ ਜਾਏਗਾ। ਜਿਵੇਂ ਆਪਾਂ ਬਹੁਤ ਵਾਰੀ ਇਹ ਬੇਨਤੀ ਕਰਦੇ ਹਾਂ ਔਰ ਅਸੀਂ ਆਪਸ ਵਿੱਚ ਵਿਚਾਰ ਕਰਦੇ ਹਾਂ ਕਿ ਇੱਕ ਨਿੱਕੀ ਜਿਹੀ ਬੂੰਦ ਜਦੋਂ ਸਮੁੰਦਰ ਵਿੱਚ ਮਿਲਦੀ ਹੈ ਤਾਂ ਬੂੰਦ ਨਹੀਂ ਰਹਿੰਦੀ, ਉਹ ਸਮੁੰਦਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਸ ਇਨਸਾਨ ਦੀ ਸੋਚ ਰੱਬ ਦੇ ਅੰਦਰ ਮਿਲਦੀ ਹੈ ਨਾ,
ਉਹ ਬੰਦਾ ਰੱਬ ਵਰਗਾ ਹੀ ਹੋ ਜਾਂਦਾ ਹੈ। ਤੇ ਗੱਲ ਅਸਲ ਹੈ ਸੋਚ ਨੂੰ ਮਿਲਾਣਾ ਰੱਬ ਦੇ ਵਿੱਚ। ਤੇ ਸੋਚ ਨੂੰ ਰੱਬ ਦੇ ਵਿੱਚ ਮਿਲਾਉਣ ਦਾ ਮੀਨਿੰਗ ਹੈ ਰੱਬੀ ਗੁਣਾਂ ਦੇ ਅੰਦਰ ਆਪਣੀ ਸੋਚ ਨੂੰ ਮਿਲਾ ਦੇਣਾ। ਮੂਲ ਮੰਤਰ ਦੇ ਅੰਦਰ ਰੱਬ ਦੇ ਗੁਣ ਦੱਸੇ ਨੇ ਨਾ, ਕਿ ਉਹ ਪ੍ਰਭੂ ਇੱਕ ਹੈ, ਤਾਂ ਉਸ ਇੱਕ ਦੇ ਅੰਦਰ ਸੋਚ ਨੂੰ ਮਿਲਾਣਾ, ਅੰਦਰੋਂ ਬਾਹਰੋਂ ਇੱਕ ਹੋ ਜਾਣਾ, ਹਰ ਇੱਕ ਦੇ ਨਾਲ ਇੱਕ ਜੈਸਾ ਬਿਹੇਵੀਅਰ ਕਰਨਾ, ਸਤਨਾਮ ਸੱਚ ਦੇ ਅੰਦਰ ਆਪਣੀ ਸੋਚ ਨੂੰ ਮਿਲਾ ਦੇਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਾਲਕ ਸਾਡੇ ਤੇ ਰਹਿਮਤ ਕਰ, ਬਖਸ਼ਿਸ਼ ਕਰ, ਜੋ ਅਸੀਂ ਤੇਰੇ ਮੇਲ ਵਿੱਚ ਮਿਲ ਸਕੀਏ, ਤੇਰੇ ਗੁਣਾਂ ਦੇ ਅੰਦਰ ਆਪਣੀ ਸੋਚ ਨੂੰ ਮਿਲਾ ਸਕੀਏ। ਹਰ ਕਿਰਪਾ ਕਰ ਸੁਣ ਬੇਨਤੀ, ਹਮ ਪਾਪੀ ਕਿਰਮ ਤਰਾ। ਕਿਰਮ ਦਾ ਮਤਲਬ ਕੀੜੇ ਨਿਮਾਣੇ। ਹੇ ਮਾਲਕ ਮੇਰੀ ਬੇਨਤੀ ਸੁਣ, ਸਾਡੇ ਤੇ ਰਹਿਮਤ ਕਰ ਕਿ ਅਸੀਂ ਪਾਪੀ ਕਿਰਮ ਜਿਹੜੇ ਹਾਂ, ਯਾਨੀ ਮਾੜੀ ਸੋਚ ਵਾਲੇ ਜੋ ਹਾਂ, ਨੀਵੀਂ ਸੋਚ ਵਾਲੇ ਹਾਂ, ਅਸੀਂ ਇਸ ਸੋਚ ਦੇ ਵਿੱਚੋਂ ਤਰ ਸਕੀਏ, ਅਸੀਂ ਇਸ ਸੋਚ ਦੇ ਵਿੱਚੋਂ ਬਾਹਰ ਆ ਸਕੀਏ, ਸਾਡੇ ਤੇ ਰਹਿਮਤ ਕਰ। ਮਹਿਲਾ ਚੌਥਾ। ਹਰ ਕਰੋ ਕਿਰਪਾ ਜਗ ਜੀਵਨਾ, ਗੁਰ ਸਤਗੁਰ ਮੇਲ ਦਇਆਲ। ਦਇਆਲ ਦਾ ਮਤਲਬ ਦਇਆ ਆਲੇ, ਦਇਆ ਦਾ ਘਰ। ਕਿ ਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ, ਸਾਡੇ ਤੇ ਰਹਿਮਤ ਕਰ, ਜੋ ਦਇਆ ਦਾ ਸੋਮਾ ਗੁਰੂ ਹੈ, ਸਾਨੂੰ ਉਸ ਦੇ ਨਾਲ ਮਿਲਾ। ਤਾਂ ਗੁਰੂ ਦਇਆ ਦਾ ਸਾਗਰ ਹੈ, ਗੁਰੂ ਦਇਆ ਦਾ ਘਰ ਹੈ। ਤੇ ਪ੍ਰਭੂ ਅੱਗੇ ਬੇਨਤੀ ਕਰ ਰਹੇ ਨੇ ਕਿ ਸਾਡੇ ਤੇ ਰਹਿਮਤ ਕਰ, ਅਸੀਂ ਦਇਆ ਦੇ ਸਾਗਰ ਗੁਰੂ ਦੇ ਨਾਲ ਮਿਲ ਸਕੀਏ। ਹੁਣ ਇੱਥੇ ਇੱਕ ਸੋਚਣ ਵਾਲੀ ਚੀਜ਼ ਹੈ, ਜੋ ਵੈਸੇ ਅਸੀਂ ਬਹੁਤ ਵਾਰੀ ਵਿਚਾਰ ਕਰ ਹੀ ਚੁੱਕੇ ਹਾਂ, ਕਿ ਅਸੀਂ ਆਮ ਕਹਿੰਦੇ ਹਾਂ ਕਿ ਸਾਡੇ ਤੇ ਗੁਰੂ ਨੇ ਦਇਆ ਨਹੀਂ ਕੀਤੀ, ਫਲਾਂ ਬੰਦੇ ਤੇ ਗੁਰੂ ਦੀ ਦਇਆ ਹੈ। ਅਸਲ ਦੇ ਅੰਦਰ ਗੁਰੂ ਤਾਂ ਦਇਆ ਦਾ ਸਾਗਰ ਹੈ, ਗੁਰੂ ਤਾਂ ਹੈ ਹੀ ਦਇਆ ਦਾ ਘਰ। ਅਸੀਂ ਦਇਆ ਦੇ ਪਾਤਰ ਆਪ ਬਣਨਾ ਹੈ। ਜੇ ਸਾਡੇ ਤੇ ਦਇਆ ਨਹੀਂ ਹੋਈ ਨਾ, ਤਾਂ ਇਹਦਾ ਮਤਲਬ ਅਸੀਂ ਦਇਆ ਦੇ ਪਾਤਰ ਨਹੀਂ ਬਣੇ। ਜੇ ਕੋਈ ਸਮੁੰਦਰ ਤੇ ਗਿਆ ਔਰ ਸਮੁੰਦਰ ਤੋਂ ਖਾਲੀ ਹੱਥ ਆ ਗਿਆ, ਤਾਂ ਇਹਦਾ ਮਤਲਬ ਉਹ ਖਾਲੀ ਹੱਥ ਗਿਆ ਤੇ ਖਾਲੀ ਹੱਥ ਆ ਗਿਆ। ਜੇ ਕੋਈ ਬਰਤਨ ਲੈ ਕੇ ਗਿਆ, ਜਿੰਨਾ ਬਰਤਨ ਲੈ ਕੇ ਗਿਆ ਉਹਨਾਂ ਬਰਤਨ ਉਹ ਭਰ ਕੇ ਲੈ ਆਇਆ। ਇਸੇ ਤਰ੍ਹਾਂ ਗੁਰੂ ਦਇਆ ਦਾ ਸਾਗਰ ਹੈ, ਗਿਆਨ ਦਾ ਸਾਗਰ ਹੈ, ਸੁੱਖਾਂ ਦਾ ਸਾਗਰ ਹੈ, ਗੁਣਾਂ ਦਾ ਸਾਗਰ ਹੈ। ਜਿੰਨਾ ਕਿਸੇ ਦਾ ਬਰਤਨ ਹੁੰਦਾ ਹੈ, ਓਨਾ ਕੁਛ ਉਹਨੂੰ ਮਿਲ ਜਾਂਦਾ ਹੈ। ਇਸ ਲਈ ਅਸੀਂ ਇਹਨਾਂ ਚੀਜ਼ਾਂ ਦੀ ਰਿਕੁਆਇਰਮੈਂਟ ਪੂਰੀ ਕਰਨੀ ਹੈ। ਜਿੰਨੀ ਕੋਈ ਰਿਕੁਆਇਰਮੈਂਟ ਪੂਰੀ ਕਰੇਗਾ, ਜਿੰਨਾ ਕਿਸੇ ਦਾ ਵਿਸ਼ਵਾਸ ਦਾ ਬਰਤਨ ਹੋਏਗਾ, ਉਹਨਾਂ ਉਹਨੂੰ ਮਿਲ ਜਾਏਗਾ। ਤਾਂ ਹੇ ਮਾਲਕ ਰਹਿਮਤ ਕਰ, ਸਾਨੂੰ ਦਇਆ ਦੇ ਸਾਗਰ ਗੁਰੂ ਦੇ ਨਾਲ ਮਿਲਾ। ਗੁਰ ਸੇਵਾ ਹਰ ਹਮ ਪਾਈਆ, ਹਰ ਆਪ ਹੁਆ, ਹਰ ਹੁਆ ਹਰ ਕਿਰਪਾਲ। ਜਦੋਂ ਹਰੀ ਆਪ ਸਾਡੇ ਤੇ ਦਇਆਵਾਨ ਹੋਇਆ, ਤਦੋਂ ਗੁਰੂ ਦੀ ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ। ਭਾਈਆ ਦਾ ਮਤਲਬ ਚੰਗੀ ਲੱਗਣ ਲੱਗ ਗਈ। ਕਦੋਂ? ਜਦੋਂ ਪ੍ਰਭੂ ਸਾਡੇ ਤੇ ਆਪ ਦਇਆਵਾਨ ਹੋਇਆ, ਉਦੋਂ ਗੁਰੂ ਦੀ ਸੇਵਾ ਸਾਨੂੰ ਚੰਗੀ ਲੱਗਣ ਲੱਗ ਗਈ। ਗੁਰੂ ਦੀ ਸੇਵਾ ਚੰਗੀ ਲੱਗਣ ਲੱਗ ਗਈ ਜਦੋਂ ਹਰੀ ਸਾਡੇ ਤੇ ਦਇਆਵਾਨ ਹੋਇਆ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਗੁਰੂ ਰੱਬ ਦਇਆਵਾਨ ਹੋਇਆ ਤਾਂ ਗੁਰੂ ਦੀ ਸੇਵਾ ਚੰਗੀ ਲੱਗਣ ਲੱਗ ਗਈ। ਇਹਦਾ ਮਤਲਬ ਜੇ ਗੁਰੂ ਦੀ ਸੇਵਾ ਸਾਨੂੰ ਚੰਗੀ ਲੱਗਣ ਲੱਗ ਜਾਏ ਤੇ ਰੱਬ ਸਾਡੇ ਤੇ ਦਇਆਵਾਨ ਹੋ ਜਾਏਗਾ। ਮਤਲਬ ਗੁਰੂ ਦੀ ਸੇਵਾ ਕਰਨੀ ਹੀ ਰੱਬ ਦੀ ਦਇਆ ਹੈ, ਔਰ ਇਹਨੂੰ ਅਸੀਂ ਆਪ ਪਾਣਾ ਹੈ। ਤੇ ਗੁਰੂ ਦੀ ਸੇਵਾ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਣਾ। ਇਹ ਰੱਬ ਦੀ ਕਿਰਪਾ ਹੈ। ਹੁਣ ਕੌਣ ਪਾਣਾ ਚਾਹੁੰਦਾ ਹੈ? ਮਰਜ਼ੀ ਉਹਦੀ ਆਪਣੀ। ਕਿ ਕੋਈ ਰੱਬ ਦੀ ਰਹਿਮਤ ਪਾਣੀ ਚਾਹੁੰਦਾ ਹੈ, ਤਾਂ ਫਿਰ ਉਹਨੂੰ ਚਾਹੀਦਾ ਹੈ ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਹੀ ਰੱਬ ਦੀ ਕਿਰਪਾ ਹੈ। ਹੁਣ ਇਹ ਕੋਈ ਪਾਣਾ ਚਾਹੁੰਦਾ ਹੈ ਜਾਂ ਨਹੀਂ ਪਾਣਾ ਚਾਹੁੰਦਾ, ਇਹ ਉਹਦੀ ਆਪਣੀ ਮਰਜ਼ੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਪ੍ਰਭੂ ਨੂੰ ਚੰਗਾ ਲੱਗਾ, ਦਇਆਵਾਨ ਹੋਇਆ, ਤਾਂ ਸਾਨੂੰ ਗੁਰੂ ਦੀ ਸੇਵਾ ਚੰਗੀ ਲੱਗਣ ਲੱਗ ਪਈ। ਸਭ ਆਸਾ ਮਨਸਾ ਵਿਸਰੀ, ਮਨ ਚੂਕਾ ਆਲ ਜੰਜਾਲ। ਮਨਸਾ ਦਾ ਮਤਲਬ ਹੈ ਮਨ ਦਾ ਫੁਰਨਾ। ਆਸਾ ਦਾ ਮਤਲਬ ਦੂਜਿਆਂ ਦੇ ਉੱਤੇ ਆਸਾਵਾਂ ਲਾਈ ਰੱਖਣੀਆਂ ਤੇ ਆਪ ਕੁਝ ਵੀ ਨਾ ਕਰਨਾ। ਆਲ ਜੰਜਾਲ ਦਾ ਮਤਲਬ ਹੈ ਘਰ ਦਾ ਬੰਧਨ, ਘਰ ਦਾ ਮੋਹ। ਹੁਣ ਇਹ ਜੰਜਾਲ ਸ਼ਬਦ ਬਾਰੇ ਅਸੀਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ।
दरअसल बंदा काम करता है, हर इंसान काम करता है ते उसका काम ही भगती बन जाता है और बंदे का काम ही जंजाल बन जाता है। काम ही मुक्ति का साधन बन जाते हैं और काम ही बंधन और जंजाल बन जाते हैं। जदों कोई रब्बी रजा विच काम करता है, सच नूं आधार बना के जदों काम करता है, तो वह काम ही किरत बन जाते हैं, वह काम ही भगती बन जाती है और वह काम ही मुक्ति का साधन बन जाते हैं, धर्म बन जाते हैं, रब की भगती बन जाते हैं, जो काम सच नूं बेस बना के कीते जाते हैं। ते जदों बंदा झूठ और फरेब नूं बेस बना के काम करता है, वह काम ही जंजाल बन जाते हैं, वह काम ही आत्मक विकास दे विच रोड़ा बन जाते हैं। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸਨੇ ਗੁਰੂ ਦੀ ਸੇਵਾ ਕੀਤੀ, ਗੁਰੂ ਦੱਸੇ ਰਾਹਾਂ ਤੇ ਤੁਰਿਆ, ਉਹਦੀਆਂ ਆਸਾਵਾਂ ਮੁੱਕ ਗਈਆਂ, ਉਹਦੇ ਮਨ ਦੇ ਜਿਹੜੇ ਮਾੜੇ ਫੁਰਨੇ ਸਨ ਉਹ ਖਤਮ ਹੋ ਗਏ ਤੇ ਉਹਦੇ ਜਿਹੜੇ ਜੰਜਾਲ ਨੇ ਉਹ ਖਤਮ ਹੋ ਗਏ। ਉਹਦੇ ਜੀਵਨ ਦੇ ਅੰਦਰ ਫਿਰ ਕੋਈ ਵਿਕਾਰਾਂ ਔਰ ਪਾਪਾਂ ਦਾ ਬੰਧਨ ਨਾ ਰਿਹਾ, ਉਹ ਸੰਸਾਰ ਵਿੱਚ ਰਹਿੰਦਾ, ਘਰ ਵਿੱਚ ਰਹਿੰਦਾ ਹੀ ਵਿਕਾਰਾਂ ਤੋਂ ਮੁਕਤ ਹੋ ਗਿਆ। ਗੁਰ ਤੁਠੈ ਨਾਮ ਦ੍ਰਿੜਾਇਆ, हम किए शब्द निहाल। गुर तुठे का मतलब गुरु ने प्रसन्न होके, नाम दृढ़ाया, दृढ़ाया का मतलब दृढ़ करा दिता, ये यकीन दिवा दिता कि रब्बी रजा दे अंदर चलना ही जीवन सफल करन दा इक्को एक साधन है। ते नाम का मतलब है हुक्म। गुर तुठे नाम दृढ़ाया, गुरु ने रहमत दे घर विच आके, गुरु ने बख्शिश करके जिस मनुख नूं नाम दृढ़ करा दिता, भाव ये गल पक्की करा दिती, यकीन दिवा दिता कि रब्बी हुक्म दे अंदर चलना ही जीवन सफल करन दा इक्को एक साधन है। हम किए शब्द निहाल, ते गुरु जी कहंदे ने सानू गुरु ने अपने शब्द राही निहाल निहाल कर दिता। शब्द दा मतलब उपदेश, शब्द दा मतलब गुरु दा ज्ञान, गुरु दा दिता होया वे ऑफ लाइफ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨੇ ਸਾਨੂੰ ਆਪਣੇ ਸ਼ਬਦ ਦੀ ਰਾਹੀਂ, ਗਿਆਨ ਦੀ ਰਾਹੀਂ ਨਿਹਾਲ ਕਰ ਦਿੱਤਾ, ਪ੍ਰਸੰਨ ਕਰ ਦਿੱਤਾ, ਆਤਮਿਕ ਜੀਵਨ ਵਾਲੇ ਬਣਾ ਦਿੱਤਾ। ਔਰ ਕਿੰਨਾਂ ਨੂੰ ਬਣਾ ਦਿੱਤਾ? ਜਿਨ੍ਹਾਂ ਨੂੰ ਹੁਕਮ ਦ੍ਰਿੜ ਕਰਾ ਦਿੱਤਾ ਕਿ ਰੱਬੀ ਹੁਕਮ ਦੇ ਅੰਦਰ ਚੱਲਣਾ ਹੀ ਜੀਵਨ ਸਫਲ ਕਰਨ ਦਾ ਇੱਕੋ ਇੱਕ ਸਾਧਨ ਹੈ। ਜਨ ਨਾਨਕ ਅਟੁੱਟ ਧਨ ਪਾਇਆ, ਹਰ ਨਾਮਾ ਹਰ ਧਨ ਮਾਲ। ਇੱਥੇ ਆਪ ਦੇਖ ਰਹੇ ਹੋ ਨਾਨਕ ਦੇ ਕੱਕੇ ਦੇ ਨਾਲ ਸਿਹਾਰੀ ਲੱਗੀ ਹੋਈ ਹੈ। ਤਾਂ ਜਦੋਂ ਨਾਨਕ ਦਾ ਕੱਕਾ ਮੁਕਤਾ ਹੋਵੇ ਤਾਂ ਉਹਦਾ ਮੀਨਿੰਗ ਹੁੰਦਾ ਹੈ ਹੇ ਨਾਨਕ। ਜੇ ਨਾਨਕ ਦੇ ਕੱਕੇ ਥੱਲੇ ਔਂਕੜ ਹੋਵੇ ਤਾਂ ਇਹਦਾ ਮਤਲਬ ਨਾਨਕ ਸ਼ਬਦ ਕਰਤਾ ਕਾਰਕ ਇੱਕ ਵਚਨ ਹੈ। ਤੇ ਜਦੋਂ ਨਾਨਕ ਦੇ ਕੱਕੇ ਨਾਲ ਸਿਹਾਰੀ ਹੋਏ ਤਾਂ ਇਸ ਦਾ ਅਰਥ ਬਣ ਜਾਂਦਾ ਹੈ ਨਾਨਕ ਨੇ, ਨਾਨਕ ਵਿੱਚ ਜਾਂ ਨਾਨਕ ਦੇ ਜ਼ਰੀਏ। ਤਾਂ ਇੱਥੇ ਅਰਥ ਹੈ ਨਾਨਕ ਨੇ। ਜਨ ਨਾਨਕ ਅਟੁੱਟ ਧਨ ਪਾਇਆ, ਹਰ ਨਾਮਾ ਹਰ ਧਨ ਮਾਲ। ਅਟੁੱਟ ਦਾ ਮਤਲਬ ਕਦੇ ਨਾ ਮੁੱਕਣ ਵਾਲਾ, ਪਾਇਆ ਦਾ ਮਤਲਬ ਲੱਭ ਲਿਆ, ਧਨ ਮਾਲ ਦਾ ਮਤਲਬ ਧਨ ਪਦਾਰਥ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਦਾਸ ਨਾਨਕ ਨੇ ਪ੍ਰਭੂ ਦੇ ਜੋ ਹੁਕਮ ਰੂਪ ਧਨ ਮਾਲ ਹੈ ਉਹ ਪਾ ਲਿਆ। ਹੁਣ ਧਨ ਮਾਲ ਕਿਹੜਾ ਹੈ, ਪ੍ਰੋਪਰਟੀ ਕਿਹੜੀ ਹੈ? ਹਰ ਨਾਮਾ। ਹਰ ਨਾਮਾ ਦਾ ਮਤਲਬ ਹਰੀ ਦਾ ਹੁਕਮ, ਰੱਬੀ ਗੁਣ, ਰੱਬੀ ਸਿਫਤ ਸਲਾਹ। ਇਹ ਮਹਾਨ ਵੱਡਾ ਧਨ, ਇਹ ਮਹਾਨ ਵੱਡੀ ਦੌਲਤ ਗੁਰੂ ਨੇ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਨਾਨਕ ਨੇ ਗੁਰੂ ਦੀ ਰਹਿਮਤ ਦੇ ਨਾਲ ਇਹ ਨਾਮ ਰੂਪ ਜੋ ਧਨ ਹੈ, ਹੁਕਮ ਰੂਪ ਧਨ ਹੈ, ਸਿਫਤ ਸਲਾਹ ਰੂਪ ਧਨ ਹੈ, ਉਹ ਪ੍ਰਾਪਤ ਕਰ ਲਿਆ। ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਸਭ ਉੱਪਰ ਵੱਡੇ ਵਡਾਉਣਾ। ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਕਿ ਹੇ ਹਰੀ ਤੂੰ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ, ਤੂੰ ਮਹਾਨ ਉੱਚਾ ਹੈ ਔਰ ਸਭ ਤੋਂ ਉੱਪਰ ਵੱਡਾ ਹੈ। ਯਾਨੀ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ, ਤੂੰ ਵੱਡਿਆਂ ਤੋਂ ਵੱਡਾ ਹੈ, ਭਾਵ ਕਿ ਸਭ ਤੋਂ ਵੱਡਾ ਹੈ। ਹੇ ਹਰੀ ਤੂੰ ਮਹਾਨ ਹੈ। ਜੋ ਧਿਆਵੇਂ ਹਰ ਅਪਰੰਪਰ ਹਰ ਹਰ, ਹਰ ਧਿਆਏ ਹਰੇ ਤੇ ਹੋਣਾ।
अपरंपर का मतलब जिसका पार नहीं पाया जाता, जो परे तो परे है। ध्यावें का मतलब जो तेरा ध्यान धरते ने, जो तेरी सिफत सलाह करते ने, जो तेरे गुणां दे धारनी हुंदे ने। तां हे हरि, जो तेरी सिफत सलाह करते ने उन्हां नूं मिलदा कि हर ध्याए जो तैनूं ध्याउंदे ने। हरे ते होना, ते दा मतलब ओ, होना दा मतलब हो जांदे ने। हरे दा मतलब हरि रब, कि वो हरि वर्गे ही हो जांदे ने। हे प्रभु, जो इंसान तैनूं ध्याउंदे ने, तैनूं ध्यान वाले, तेरे गुणां दे धारनी होण वाले तेरा ही रूप हो जांदे ने। जिन जाता सो तिस ही जिहा, भेद न जाणो मानस देहा। गुण कहे गुणी समावणिया, जो गुण गांदे ने वो गुणी दे अंदर समा के रब वर्गे ही हो जांदे ने। देखो हुण किन्ना सौखा साधन गुरुदेव पातशाह जी दस रहे ने बंदे नूं रब वर्गा हो के जीण दा। हुण इस तो सौखा ढंग तां दुनिया विच नहीं हो सकता कि रब्बी गुणां दे धारनी होना, रब्बी गुणां दे धारनी हो के रब वर्गा ही बंदा हो जांदा है। हुण इस तो सौखा साधन की हो सकता है? जो गावे सुने तेरा जस स्वामी, तिन काटे पाप कटोना। कटोना दा मतलब है करोड़ा, काटे दा मतलब कट्टे गए, पाप दा मतलब पाप। जो गावे सुने तेरा जस स्वामी, कि हे मालक, जो इंसान तेरा यश गाउंदे ने, तेरी सिफत सलाह करदे ने, और जो तेरी सिफत सलाह सुनदे ने, ਉਹਨਾਂ ਦੇ ਕਰੋੜਾਂ ਕਰੋੜਾਂ ਪਾਪ ਕੱਟੇ ਜਾਂਦੇ ਨੇ। ਜੋ ਤੇਰਾ ਜਸ ਕਹਿੰਦੇ ਨੇ, ਜੋ ਤੇਰੇ ਗੁਣਾਂ ਦੀ ਗੱਲ ਕਰਦੇ ਨੇ, ਔਰ ਜੋ ਤੇਰੇ ਗੁਣਾਂ ਦੀ ਗੱਲ ਸੁਣਦੇ ਨੇ, ਉਹਨਾਂ ਦੇ ਕਰੋੜਾਂ ਕਰੋੜਾਂ ਪਾਪ ਕੱਟੇ ਜਾਂਦੇ ਨੇ। ਇਹ ਬਹੁਤ ਮਹਾਨ ਦਾਤ ਹੈ ਗੁਰੂ ਦੀ, ਕਿਉਂਕਿ ਜੋ ਵੀ ਅਸੀਂ ਸੁਣਦੇ ਹਾਂ ਔਰ ਜੋ ਵੀ ਅਸੀਂ ਕਹਿੰਦੇ ਹਾਂ, ਉਹ ਸ਼ਬਦਾਵਲੀ, ਉਹ ਵਿਚਾਰ ਸਾਡੇ ਮਨ ਦੇ ਅੰਦਰ ਜਾਂਦੇ ਨੇ, ਸਾਡੇ ਦਿਮਾਗ ਵਿੱਚ ਜਾਂਦੇ ਨੇ, ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਾਂਦੇ ਨੇ। ਔਰ ਜੈਸੇ ਵੀ ਬੋਲ ਅਸੀਂ ਬੋਲਦੇ ਔਰ ਸੁਣਦੇ ਹਾਂ, ਸਾਡੇ ਅੰਦਰ ਉਸੇ ਕਿਸਮ ਦਾ ਨਿਊਰੋਨਲ ਪੈਟਰਨ ਬਣਦਾ ਚਲਾ ਜਾਂਦਾ ਹੈ। ਤੇ ਜਿਹੜੇ ਇਨਸਾਨ ਸ਼ੁਭ ਹੀ ਬੋਲਣਗੇ, ਸ਼ੁਭ ਹੀ ਸੁਣਨਗੇ, ਗੁਣਾਂ ਬਾਰੇ ਬੋਲਣਗੇ, ਗੁਣਾਂ ਬਾਰੇ ਸੁਣਨਗੇ, ਉਹਨਾਂ ਦੇ ਅੰਦਰ ਪਾਪ ਆਏਗਾ ਹੀ ਨਹੀਂ। ਇਸ ਲਈ ਨਾ ਤਾਂ ਪਾਪ ਆਪਣੇ ਅੰਦਰ ਕੰਨਾਂ ਰਾਹੀਂ ਜਾਣ ਦਿਓ, ਪਾਪਾਂ ਵਾਲੀ ਗੱਲ ਨਾ ਸੁਣੋ, ਨੈਗੇਟਿਵ ਬੋਲ ਨਾ ਸੁਣੋ, ਕਿਸੇ ਦੀ ਚੁਗਲੀ ਨਿੰਦਾ ਨਾ ਸੁਣੋ। ਪਹਿਲੀ ਗੱਲ, ਇਹ ਗੰਦਗੀ ਕੰਨਾਂ ਰਾਹੀਂ ਆਪਣੇ ਅੰਦਰ ਨਾ ਜਾਣ ਦਿਓ। ਤੇ ਦੂਜੀ ਗੱਲ, ਇਹ ਗੰਦਗੀ ਜਿਹੜੀ ਹੈ ਆਪਣੀ ਜ਼ਬਾਨ ਰਾਹੀਂ ਕਿਸੇ ਦੇ ਕੰਨਾਂ ਵਿੱਚ ਨਾ ਪਾਓ, ਸਮਾਜ ਵਿੱਚ ਨਾ ਫੈਲਾਓ। ਜੇ ਹਰ ਬੰਦਾ ਇਹ ਕੰਮ ਕਰ ਲਵੇ ਕਿ ਨਾ ਤੇ ਗੰਦੇ ਵਿਚਾਰ ਸੁਣੇ ਔਰ ਨਾ ਇਹ ਗੰਦੇ ਵਿਚਾਰ ਫੈਲਾਏ, ਝੂਠ, ਫਰੇਬ, ਈਰਖਾ, द्वेष, ਵੈਰ ਵਿਰੋਧ, ਤਾਂ ਜਗਤ ਸਫਲ ਹੋ ਜਾਏਗਾ, ਇਹ ਸਮਾਜ ਚੰਗਾ ਬਣ ਜਾਏਗਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਤੇਰੀ ਸਿਫਤ ਸਲਾਹ ਗਾਉਂਦੇ ਨੇ ਔਰ ਸੁਣਦੇ ਨੇ, ਉਹਨਾਂ ਦੇ ਕਰੋੜਾਂ ਕਰੋੜਾਂ ਪਾਪ ਕੱਟੇ ਜਾਂਦੇ ਨੇ। ਤੁਮ ਜੈਸੇ ਹਰ ਪੁਰਖ ਜਾਣੇ, ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡਾਉਣਾ। ਮੁਖ ਦਾ ਮਤਲਬ ਮੁਖੀ, ਇੱਥੇ ਮੁਖ ਦਾ ਮਤਲਬ ਸ੍ਰੇਸ਼ਟ, ਮੁਖੀ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਸਰਬ ਵਿਆਪਕ ਹਰੀ, ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਨੇ। ਸਭ ਮਨੁੱਖਾਂ ਦੇ ਵਿੱਚ ਉਹ ਮੁਖੀ ਮੰਨੇ ਜਾਂਦੇ ਨੇ, ਜੋ ਸਤਿਗੁਰ ਦੀ ਮੱਤ ਅਨੁਸਾਰ ਜੀਵਨ ਜੀਂਦੇ ਨੇ, ਉਹ ਤੇਰੇ ਵਰਗੇ ਹੀ ਹੋ ਜਾਂਦੇ ਨੇ। ਤੁਮ ਜੈਸੇ ਹਰ ਪੁਰਖ ਜਾਣੇ, ਕਿ हे ਮਾਲਕ, ਉਹ ਤੇਰੇ ਵਰਗੇ ਹੀ ਹੋ ਜਾਂਦੇ ਨੇ। ਪੁਰਖ ਦਾ ਮਤਲਬ ਰਮਿਆ ਹੋਇਆ ਪ੍ਰਭੂ। ਉਹਨਾਂ ਦੇ ਵੱਡੇ ਭਾਗ ਨੇ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਔਰ ਸੁਣਦੇ ਨੇ, ਜੋ ਗੁਰੂ ਦੀ ਮੱਤ ਦੇ ਧਾਰਨੀ ਹੁੰਦੇ ਨੇ। हे ਪ੍ਰਭੂ, ਉਹ ਇਨਸਾਨ ਤੇਰੇ ਵਰਗੇ ਹੀ ਹੋ ਜਾਂਦੇ ਨੇ। ਸਭ ਧਿਆਵਹੁ ਆਦ ਸੱਤੇ, ਜੁਗਾਦ ਸੱਤੇ, ਪ੍ਰਤੱਖ ਸੱਤੇ, ਸਦਾ ਸਦਾ ਸੱਤੇ, ਜਨ ਨਾਨਕ ਦਾਸ ਦਸੋਨਾ। ਸਭ ਧਿਆਵੋ ਦਾ ਮਤਲਬ ਸਾਰੇ ਹੀ ਦੁਨੀਆ ਦੇ ਲੋਕ, ਸਾਰੇ ਹੀ ਇਸਤਰੀਆਂ ਪੁਰਸ਼ ਰੱਬੀ ਗੁਣਾਂ ਦਾ ਧਿਆਨ ਕਰੋ, ਰੱਬੀ ਗੁਣਾਂ ਦੇ ਨਾਲ ਆਪਣਾ ਧਿਆਨ ਜੋੜੋ। ਸਤ ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਰਤਾ ਆਦਿਕ ਦੀ ਗੱਲ ਕਰੋ। ਆਦ ਸੱਤੇ, ਸੱਤੇ ਦਾ ਮਤਲਬ ਜੋ ਸੱਤ ਸੀ,
जो सच्चाई है। आद ਦਾ ਮਤਲਬ ਸੰਸਾਰ ਦੇ ਮੁੱਢ ਤੋਂ, ਜਦੋਂ ਇਹ ਜਗਤ ਰਚਨਾ ਨਹੀਂ ਸੀ ਹੋਈ, ਜੋ ਉਦੋਂ ਵੀ ਸੱਚ ਸੀ। ਜੁਗਾਦ ਸੱਚੇ ਦਾ ਮਤਲਬ ਜੋ ਯੁਗਾਂ ਦੇ ਸ਼ੁਰੂ ਵਿੱਚ ਸੱਚ ਸੀ, ਯਾਨੀ ਜਦੋਂ ਸਮਾਂ ਹੋਂਦ ਵਿੱਚ ਆਇਆ ਉਦੋਂ ਵੀ ਸੀ। ਪ੍ਰਤੱਖ ਸੱਤੇ ਦਾ ਮਤਲਬ ਜਿਹੜਾ ਹੁਣ ਵੀ ਪ੍ਰਤੱਖ ਤੌਰ ਤੇ ਸੱਚ ਹੈ। ਸਦਾ ਸਦਾ ਸੱਤੇ ਦਾ ਮਤਲਬ ਜੋ ਸਦਾ ਹੀ ਸੱਚ ਸੀ ਔਰ ਜੋ ਸਦਾ ਹੀ ਸੱਚ ਰਹੇਗਾ। ਜਨ ਨਾਨਕ ਦਾਸ ਦਸਾਉਣਾ, ਗੁਰੂ ਜੀ ਕਹਿੰਦੇ ਨੇ ਮੈਂ ਉਸ ਸਦਾ ਥਿਰ ਪ੍ਰਭੂ ਦੇ ਦਾਸਾਂ ਦਾ ਦਾਸ ਹਾਂ। हे ਭਾਈ, ਸਾਰੇ ਹੀ ਉਸ ਪ੍ਰਭੂ ਦਾ ਧਿਆਨ ਧਰੋ, ਸਾਰੇ ਹੀ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ, ਉਹਦੇ ਗੁਣਾਂ ਦੇ ਧਾਰਨੀ ਹੋਵੋ, ਜੋ ਆਦ ਜੁਗਾਦੀ ਹੈ, ਜੋ ਇੱਕ ਸदैवी ਹਸਤੀ ਹੈ, ਜੋ ਇੱਕ ਅਟਲ ਸੱਚਾਈ ਹੈ। ਤੇ ਗੁਰੂ ਜੀ ਕਹਿੰਦੇ ਨੇ ਜੋ ਉਹਦੇ ਗੁਣ ਗਾਉਂਦੇ ਨੇ, ਜੋ ਉਹਦੇ ਦਾਸ ਨੇ, ਮੈਂ ਉਹਦੇ ਦਾਸਾਂ ਦਾ ਦਾਸ ਹਾਂ। ਸ਼ਲੋਕ ਮਹਿਲਾ ਚੌਥਾ। ਹਮਰੇ ਹਰ ਜਗ ਜੀਵਨਾ, ਹਰ ਜਪਿਓ ਹਰ ਗੁਰਮੰਤ। ਹਮਰੇ ਦਾ ਮਤਲਬ ਕਿ ਇਹ ਸਾਡੇ ਪ੍ਰਭੂ, ਸਾਡੇ ਵਿੱਚ ਵੀ ਤੂੰ ਹੀ ਵਸਦਾ ਹੈ। ਜਗਜੀਵਨਾ ਦਾ ਮਤਲਬ ਜੋ ਜਗਤ ਦਾ ਜੀਵਨ ਹੈ, ਜਿਹੜਾ ਹਰੀ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ, ਜੋ ਸਾਰੇ ਜਗਤ ਨੂੰ ਜੀਵਨ ਦੇ ਰਿਹਾ ਹੈ, ਉਹ ਸਾਡੇ ਵਿੱਚ ਵੀ ਵਸਦਾ ਹੈ। ਤੇ ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਪ੍ਰਭੂ ਨੂੰ ਜਪਿਆ ਦਾ ਮਤਲਬ ਜਾਣਿਆ ਹੈ, ਸਾਂਝ ਪਾਈ ਹੈ। ਗੁਰੂ ਜੀ ਕਹਿੰਦੇ ਨੇ ਅਸੀਂ ਗੁਰੂ ਦੇ ਉਪਦੇਸ਼ ਤੇ ਚੱਲ ਕੇ, ਗੁਰੂ ਦੇ ਉਪਦੇਸ਼ ਦੇ ਧਾਰਨੀ ਹੋ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਪ੍ਰਭੂ ਦੇ ਨਾਲ ਸਾਂਝ ਪਾਈ ਹੈ। ਉਸ ਪ੍ਰਭੂ ਦੇ ਨਾਲ ਸਾਂਝ ਜੋ ਸਾਰੇ ਜਗਤ ਦਾ ਜੀਵਨ ਹੈ ਤੇ ਉਹ ਸਾਡੇ ਅੰਦਰ ਵੀ ਵਸ ਰਿਹਾ ਹੈ। ਯਾਨੀ ਜੋ ਸਰਬ ਵਿਆਪਕ ਪ੍ਰਭੂ ਹੈ, ਉਹਦੇ ਨਾਲ ਸਾਂਝ ਪਾਈ ਜਾ ਸਕਦੀ ਹੈ ਗੁਰੂ ਦੀ ਮੱਤ ਅਨੁਸਾਰ ਜ਼ਿੰਦਗੀ ਜੀ ਕੇ। ਹਰ ਅਗਮ ਅਗੋਚਰ ਅਗਮ ਹਰ, ਹਰ ਮਿਲਿਆ ਆਏ ਅਚਿੰਤ। ਅਚਿੰਤ ਦਾ ਮਤਲਬ ਅਚਨਚੇਤ, ਆਪਣੇ ਆਪ ਸੁਭਾਵਕ ਹੀ। ਹਰ ਅਗਮ ਅਗੋਚਰ, ਅਗਮ ਹਰ। ਅਗੋਚਰ ਦਾ ਮਤਲਬ ਸੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਗਮ ਦਾ ਮਤਲਬ ਜੋ ਸਾਡੀ ਪਕੜ ਤੋਂ ਪਰੇ ਹੈ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਮੁਤਾਬਕ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਗਮ ਔਰ ਅਗੋਚਰ ਪ੍ਰਭੂ ਆਪਣੇ ਆਪ ਹੀ ਸਾਨੂੰ ਆ ਮਿਲਿਆ, ਸਹਿਜ ਸੁਭਾਵਕ ਹੀ ਸਾਨੂੰ ਆ ਮਿਲਿਆ, ਅਚਨਚੇਤ, ਜਿਹਦੇ ਵਾਸਤੇ ਸਾਨੂੰ ਹੋਰ ਕੋਈ ਉਚੇਚੇ ਯਤਨ ਕਰਨ ਦੀ ਲੋੜ ਨਹੀਂ ਪਈ। ਨਾ ਮਾਲਾ ਫੇਰਨ ਦੀ, ਨਾ ਸਮਾਧੀਆਂ ਲਾਉਣ ਦੀ, ਨਾ ਕਿਤੇ ਧਿਆਨ ਧਰਨ ਦੀ, ਨਾ ਕਿਤੇ ਤਿਆਗ ਕਰਨ ਦੀ, ਨਾ ਸੰਸਾਰ ਨੂੰ ਤਿਆਗਣ ਦੀ, ਨਾ ਗੁਫਾਵਾਂ ਵਿੱਚ ਵੜਨ ਦੀ। ਸਿਰਫ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ, ਮਨ ਬਚਨ ਔਰ ਕਰਮ ਕਰਕੇ, ਤੇ ਅਚਨਚੇਤ ਹੀ ਉਹ ਪ੍ਰਭੂ ਮਿਲ ਪਿਆ, ਯਾਨੀ ਪ੍ਰਭੂ ਦੇ ਵਿੱਚ ਸਾਡਾ ਮਿਲਾਪ ਹੋ ਗਿਆ। ਹਰ ਆਪੇ ਘਟ ਘਟ ਵਰਤਦਾ, ਹਰ ਆਪੇ ਆਪ ਬੇਅੰਤ। ਘਟ ਘਟ ਦਾ ਮਤਲਬ ਹਰ ਹਿਰਦੇ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਆਪ ਹੀ ਹਰ ਹਿਰਦੇ ਦੇ ਅੰਦਰ ਵਰਤ ਰਿਹਾ ਹੈ, ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ, ਔਰ ਉਹ ਆਪਣੇ ਆਪ ਤੋਂ ਆਪ ਹੈ। ਤੇ ਬੇਅੰਤ ਦਾ ਮਤਲਬ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾਂਦਾ। ਉਹ ਪ੍ਰਭੂ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾਂਦਾ। ਉਹ ਆਪ ਹੀ ਆਪ ਚਾਰ ਚੁਫੇਰੇ ਵਰਤ ਰਿਹਾ ਹੈ ਤੇ ਆਪ ਹੀ ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਤਾਂ ਦੇਖੋ, ਹਰ ਸਰੀਰ ਦੇ ਅੰਦਰ ਵਸ ਰਿਹਾ ਹੈ, ਕਣ ਕਣ ਦੇ ਅੰਦਰ ਵਸ ਰਿਹਾ ਹੈ। ਹੁਣ ਜਿਹੜਾ ਕਣ ਕਣ ਵਿੱਚ ਵਸ ਰਿਹਾ ਹੋਵੇ, ਜਲ ਥਲ ਮਹੀਲ ਵਿੱਚ ਪੂਰਿਆ ਹੋਵੇ, ਤੇ ਬੰਦਾ ਉਹਨੂੰ ਵੇਖ ਨਾ ਪਾਏ, ਉਹਨੂੰ ਅਨੁਭਵ ਨਾ ਕਰ ਪਾਏ, ਤੇ ਇਹ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਕਿਹੜਾ ਵੱਡਾ ਦੁੱਖ ਹੈ ਨਾ, ਕਿ ਜੋ ਜਲਾਂ ਥਲਾਂ ਵਿੱਚ ਸਮਾਇਆ ਹੋਵੇ, ਮੇਰੇ ਅੰਦਰ ਵਸ ਰਿਹਾ ਹੋਵੇ, ਲੇਕਿਨ ਉਹ ਮੇਰੇ ਚੇਤੇ ਵਿੱਚ ਨਾ ਹੋਵੇ। ਸੋ ਪ੍ਰਭ ਚਿਤ ਨਾ ਆਵਈ, ਉਹ ਮੇਰੇ ਚੇਤੇ ਵਿੱਚ ਕਦੀ ਵੀ ਨਾ ਆਏ। ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ? ਇਹੀ ਦੁਖਾਂਤ ਹੈ ਬੰਦੇ ਦਾ, ਕਿ ਚੇਤੇ ਵਿੱਚ ਨਹੀਂ ਹੈ। ਇਸ ਲਈ ਰੱਬੀ ਗੁਣਾਂ ਨੂੰ ਚੇਤੇ ਵਿੱਚ ਵਸਾਉਣਾ ਹੈ, ਸੱਚ ਨੂੰ, ਦਇਆ ਨੂੰ, ਨਿਰਭੈਤਾ ਨੂੰ, ਨਿਰਵੈਰਤਾ ਨੂੰ, ਇਨਸਾਨੀਅਤ ਨੂੰ, ਇਹਨਾਂ ਚੀਜ਼ਾਂ ਨੂੰ ਚਿੱਤ ਦੇ ਅੰਦਰ ਵਸਾਉਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹਰ ਆਪੇ ਸਭ ਰਸ ਭੋਗਦਾ, ਹਰ ਆਪੇ ਕਵਲਾ ਕੰਤ। ਆਪ ਹੀ ਉਹ ਸਾਰੇ ਰਸ ਭੋਗ ਰਿਹਾ ਹੈ।
ਕਬਲਾ ਦਾ ਮਤਲਬ ਮਾਇਆ ਦਾ, ਕੰਤ ਦਾ ਮਤਲਬ ਪਤੀ। ਆਪ ਹੀ ਉਹ ਲక్ష్ਮੀ ਦਾ ਪਤੀ ਹੈ, ਭਾਵ ਮਾਇਆ ਉਹਦੀ ਦਾਸੀ ਹੈ। ਤਾਂ ਉਹ ਮਾਇਆ ਦਾ ਪਤੀ ਹੈ ਔਰ ਆਪ ਹੀ ਸਾਰੇ ਰਸ ਭੋਗ ਰਿਹਾ ਹੈ। ਹੁਣ ਆਪ ਸਾਰੇ ਰਸ ਭੋਗ ਰਿਹਾ ਹੈ ਦਾ ਮਤਲਬ ਕਿ ਜਿੰਨੇ ਵੀ ਆ ਰਸ ਭੋਗਣ ਵਾਲੇ ਜੀਵ ਜੰਤ ਨੇ ਨਾ, ਇਹਨਾਂ ਸਾਰਿਆਂ ਦੇ ਅੰਦਰ ਪ੍ਰਭੂ ਸਮਾਇਆ ਹੋਇਆ ਹੈ। ਪ੍ਰਭੂ ਦੀ ਹਸਤੀ ਹੈ, ਰੱਬੀ ਗੁਣ ਨੇ। ਮਿਸਾਲ ਵਜੋਂ ਅਸੀਂ ਹਾਂ ਹੁਣ ਈਰਖਾ, ਦਵੇਸ਼, ਵੈਰ ਵਿਰੋਧ ਵਾਲੀ ਮਾਨੋ ਜ਼ਿੰਦਗੀ ਜੀ ਰਹੇ ਹਾਂ, ਜਾਂ ਅਸੀਂ ਵਿਸ਼ੇ ਵਿਕਾਰ ਭੋਗ ਰਹੇ ਹਾਂ। ਤਾਂ ਸਾਡੇ ਅੰਦਰ ਰੱਬ ਤਾਂ ਹੈ, ਪਰ ਅਸੀਂ ਹੁਣ ਉਹਨੂੰ ਜਾਣ ਨਹੀਂ ਰਹੇ, ਮਾਣ ਨਹੀਂ ਰਹੇ। ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਈਏ ਤਾਂ ਅਸੀਂ ਉਹਨਾਂ ਗੁਣਾਂ ਦਾ ਰਸ ਮਾਣ ਸਕਦੇ ਹਾਂ। ਜਿਹੜੇ ਪਾਪਾਂ ਵਿਕਾਰਾਂ ਦਾ ਰਸ ਮਾਣ ਰਹੇ ਨੇ ਨਾ, ਉਹਨਾਂ ਦੇ ਅੰਦਰ ਵੀ ਪੋਸੀਬਿਲਿਟੀ ਹੈ, ਉਹਨਾਂ ਦੇ ਅੰਦਰ ਵੀ ਸ਼ੁਭ ਗੁਣ ਮੌਜੂਦ ਨੇ। ਉਹ ਸ਼ੁਭ ਗੁਣਾਂ ਦੇ ਧਾਰਨੀ ਹੋ ਸਕਦੇ ਨੇ, ਉਹ ਰੱਬ ਵਰਗੇ ਹੋ ਕੇ ਜੀ ਸਕਦੇ ਨੇ, ਲੇਕਿਨ ਜੀਵਨ ਦੇ ਅਸਲ ਸਫ਼ਰ ਤੋਂ ਭੁੱਲੇ ਹੋਏ ਨੇ। ਇਹ ਗੁਰੂ ਜੀ ਸਾਨੂੰ ਦਰਸਾ ਰਹੇ ਨੇ ਕਿ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਖਚਤ ਨੇ, ਯਾਨੀ ਜੋ ਰਸ ਭੋਗਣ ਵਾਲੇ ਨੇ, ਉਹਨਾਂ ਦੇ ਅੰਦਰ ਵੀ ਉਹ ਵਸ ਰਿਹਾ ਹੈ। ਹਰ ਆਪੇ ਭਿਖਿਆ ਪਾਏਂਦਾ, ਸਭ ਸਿਸ਼ਟ ਉਪਾਈ ਜੀ ਜੰਤ। ਭਿਖਿਆ ਦਾ ਮਤਲਬ ਖੈਰ, ਯਾਨੀ ਦਾਨ, ਯਾਨੀ ਦਾਤਾਂ, ਜੀਵਨ ਦੀ ਜੁਗਤ। ਸਿਸ਼ਟ ਉਪਾਈ ਜੀ ਜੰਤ ਦਾ ਮਤਲਬ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿੰਨੇ ਵੀ ਜੀਵ ਜੰਤ ਪੈਦਾ ਕੀਤੇ ਨੇ, ਉਹ ਸਾਰਿਆਂ ਨੂੰ ਰਿਜ਼ਕ ਰੋਜੀ ਦੇ ਰਿਹਾ ਹੈ। ਜਲ ਵਿੱਚ ਜੀਵ ਜੰਤ ਨੇ, ਉਹਨਾਂ ਦੇ ਜੀਵਨ ਦਾ ਪ੍ਰਬੰਧ ਉੱਥੇ ਹੈ। ਜੋ ਉਭੈਚਰ ਨੇ, ਧਰਤੀ ਤੇ ਵੀ ਰਹਿੰਦੇ ਨੇ, ਜਿਵੇਂ ਮੇਂਢਕ ਆਦਿਕ ਨੇ, ਪਾਣੀ ਵਿੱਚ ਵੀ ਰਹਿ ਲੈਂਦੇ ਨੇ। ਮਨੁੱਖ ਨੇ, ਪਸ਼ੂ ਪੰਛੀ ਨੇ। ਤਾਂ ਹਰ ਜੀਵ ਨੂੰ ਇਸ ਸੰਸਾਰ ਦੇ ਅੰਦਰੋਂ ਜੀਵਨ ਵਾਸਤੇ ਦਾਤ ਮਿਲ ਰਹੀ ਹੈ। ਤਾਂ ਰੱਬੀ ਹੁਕਮ ਦੇ ਅੰਦਰ ਸਾਰਿਆਂ ਨੂੰ ਜੀਵਨ ਮਿਲ ਰਿਹਾ ਹੈ। ਤਾਂ ਪ੍ਰਭੂ ਜੀ ਕਹਿੰਦੇ ਨੇ, ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿੰਨੇ ਵੀ ਜੀ ਜੰਤ ਪੈਦਾ ਕੀਤੇ ਨੇ, ਉਹਨਾਂ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ। ਹਰ ਦੇਵੋ ਦਾਨ ਦਇਆਲ ਪ੍ਰਭ, ਹਰ ਮੰਗੈ ਹਰ ਜਨ ਸੰਤ। ਇੱਥੇ ਸੰਤ ਦਾ ਮਤਲਬ ਹੈ ਪ੍ਰਭੂ ਦੇ ਦਾਸ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਮਾਲਕ, ਬੇਸ਼ੱਕ ਤੂੰ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ। ਹਰ ਇੱਕ ਨੂੰ ਹਵਾ ਮਿਲ ਰਹੀ ਹੈ, ਪਾਣੀ ਮਿਲ ਰਿਹਾ ਹੈ, ਧਰਤੀ ਮਿਲੀ ਹੋਈ ਹੈ, ਜੀਵਨ ਮਿਲਿਆ ਹੋਇਆ ਹੈ। ਹਰ ਸ਼ੈ, ਹਰ ਇਨਸਾਨ ਨੂੰ ਮਿਲ ਰਹੀ ਹੈ। ਪਰ ਹੇ ਮਾਲਕ, ਮੇਰੇ ਤੇ ਰਹਿਮਤ ਕਰ, ਮੈਨੂੰ ਉਹ ਦਾਤ ਦੇ ਜੋ ਤੇਰੇ ਪਿਆਰੇ ਤੇਰੇ ਤੋਂ ਮੰਗਦੇ ਨੇ। ਹਰ ਦੇਵੋ ਦਾਨ ਦਇਆਲ ਪ੍ਰਭ, ਹਰ ਮੰਗੇ ਹਰ ਜਨ ਸੰਤ। ਜੋ ਤੇਰੇ ਪਿਆਰੇ ਤੇਰੇ ਤੋਂ ਮੰਗਦੇ ਨੇ, ਮੈਨੂੰ ਵੀ ਉਹ ਦਾਤ ਦੇ। ਤਾਂ ਰੱਬ ਦੇ ਪਿਆਰੇ ਕੀ ਮੰਗਦੇ ਨੇ? ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੀ ਸੰਗ ਨਾ ਚਾਲੇ, ਮਿਲੇ ਕਿਰਪਾ ਗੁਣ ਗਾਮ। ਏਕ ਚੀਜ਼ ਮੁਝੇ ਦੇਹ, ਅਵਰ ਜ਼ਹਿਰ ਚੀਜ਼ ਨਾ ਪਾਇਆ। ਰੱਬ ਦੇ ਪਿਆਰੇ ਰੱਬ ਤੋਂ ਗੁਣਾਂ ਦੀ ਦਾਤ ਮੰਗਦੇ ਨੇ। ਰੱਬ ਦੇ ਪਿਆਰੇ ਰੱਬੀ ਰਜਾ ਦੇ ਅੰਦਰ ਵਾਲਾ ਜੀਵਨ ਮੰਗਦੇ ਨੇ। ਤਾਂ ਹੇ ਮਾਲਕ, ਮੈਨੂੰ ਵੀ ਰਜਾ ਵਿੱਚ ਤੁਰਨ ਵਾਲਾ ਜੀਵਨ ਦੇ, ਮੈਨੂੰ ਵੀ ਰੱਬੀ ਗੁਣਾਂ ਦੀ ਦਾਤ ਦੇ, ਮੈਂ ਵੀ ਤੇਰੇ ਗੁਣਾਂ ਦਾ ਧਾਰਨੀ ਹੋ ਸਕਾਂ। ਜਨ ਨਾਨਕ ਕੇ ਪ੍ਰਭ ਆਏ ਮਿਲ, ਹਮ ਗਾਵੇਂ ਹਰ ਗੁਣ ਛੰਤ। ਛੰਤ ਦਾ ਮਤਲਬ ਗੀਤ, ਹਰ ਗੁਣ ਛੰਤ ਦਾ ਮਤਲਬ ਹਰੀ ਦੇ ਗੁਣਾਂ ਵਾਲੇ ਗੀਤ। ਕਿ ਹੇ ਪ੍ਰਭੂ, ਰਹਿਮਤ ਕਰ, ਮੈਨੂੰ ਮਿਲ, ਤੇ ਮੈਂ ਵੀ ਤੇਰੀ ਸਿਫਤ ਸਲਾਹ ਦੇ ਗੀਤ ਗਾ ਸਕਾਂ। ਮੈਂ ਵੀ ਤੇਰੇ ਗੁਣਾਂ ਦਾ ਧਾਰਨੀ ਹੋ ਸਕਾਂ। ਮੈਂ ਵੀ ਸਤ ਸੰਤੋਖ ਦਇਆ ਧਰਮ ਧੀਰਜ ਦੀ ਗੱਲ ਕਰ ਸਕਾਂ। ਮੇਰੇ ਤੇ ਐਸੀ ਰਹਿਮਤ ਕਰ, ਮੈਨੂੰ ਮਿਲ, ਮੈਂ ਵੀ ਤੇਰੇ ਗੁਣ ਗਾ ਸਕਾਂ। ਮਹਿਲਾ ਚੌਥਾ। ਹਰ ਪ੍ਰਭ ਸੱਜਣ ਨਾਮ ਹਰ, ਮੈਂ ਮਨ ਤਨ ਨਾਮ ਸ਼ਰੀਰ। ਮਨ ਤਨ ਨਾਮ ਸ਼ਰੀਰ ਦਾ ਮਤਲਬ, ਮਨ ਤਨ ਨਾਮ ਸ਼ਰੀਰ, ਸੌਰੀ ਜੀ, ਮੈਂ ਥੋੜਾ ਜਿਹਾ ਪਿੱਛੇ ਚਲਾ ਗਿਆ, ਵਿੱਚ ਫੋਨ ਆ ਗਿਆ ਸੀ। ਹਰ ਪ੍ਰਭ ਸੱਜਣ ਨਾਮ ਹਰ, ਮੈਂ ਮਨ ਤਨ ਨਾਮ ਸ਼ਰੀਰ। ਹਰ ਪ੍ਰਭ ਸੱਜਣ ਦਾ ਮਤਲਬ ਕਿ ਹਰੀ ਪ੍ਰਭੂ ਹੀ ਸਾਡਾ ਅਸਲੀ ਸੱਜਣ ਹੈ। ਨਾਮ ਹਰ, ਨਾਮ ਦਾ ਮਤਲਬ ਹੁਕਮ, ਨਾਮ ਹਰ ਦਾ ਮਤਲਬ ਰੱਬ ਦਾ ਹੁਕਮ। ਰੱਬ ਔਰ ਰੱਬ ਦਾ ਹੁਕਮ ਹੀ ਅਸਲੀ ਸਾਡਾ ਸੱਜਣ ਹੈ। ਮੈਂ ਮਨ ਤਨ ਨਾਮ ਸ਼ਰੀਰ, ਜੋ ਮੇਰੇ ਮਨ ਵਿੱਚ ਵੀ ਔਰ ਮੇਰੇ ਤਨ ਦੇ ਅੰਦਰ ਵੀ ਵਸ ਰਿਹਾ ਹੈ।
ਇਹੀ ਅਸਲੀ ਸੱਜਣ ਹੈ। ਤਾਂ ਸਾਡਾ ਅਸਲੀ ਸੱਜਣ ਕੌਣ ਹੈ? ਰੱਬੀ ਗੁਣ ਔਰ ਰੱਬੀ ਹੁਕਮ, ਇਹੀ ਅਸਲੀ ਸੱਜਣ ਹੈ, ਇਹੀ ਅਸਲੀ ਮਿੱਤਰ ਹੈ। ਇਹਨੂੰ ਹੀ ਅਸੀਂ ਮਿੱਤਰ ਬਣਾਉਣਾ ਹੈ। ਇਹੀ ਸਾਡਾ ਸदैव ਦਾ ਸਾਥੀ ਹੈ। ਇਹੀ ਸਾਡੇ ਰੱਬੀ ਗੁਣ ਹੀ ਉਹ ਸੱਜਣ ਨੇ ਜੋ ਸਾਨੂੰ ਰੱਬ ਤੱਕ ਪਹੁੰਚਾ ਸਕਦੇ ਨੇ, ਜਿਨ੍ਹਾਂ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਆਦਿਕ ਆ ਸਕਦੀ ਹੈ। ਤਾਂ ਹਰੀ ਪ੍ਰਭੂ ਹੀ ਅਸਲ ਮਿੱਤਰ ਹੈ। ਹਰੀ ਦਾ ਹੁਕਮ ਹੀ ਨਾਲ ਨਿਭਣ ਵਾਲਾ ਮਿੱਤਰ ਹੈ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਔਰ ਮੇਰੇ ਹਿਰਦੇ ਦੇ ਅੰਦਰ ਰੱਬੀ ਹੁਕਮ ਦਾ ਪਿਆਰ ਵਸ ਰਿਹਾ ਹੈ, ਰੱਬੀ ਹੁਕਮ ਵਸ ਰਿਹਾ ਹੈ। ਸਭ ਆਸਾਂ ਗੁਰਮੁਖ ਪੂਰੀਆਂ, ਜਨ ਨਾਨਕ ਸੁਣ ਹਰ ਧੀਰ। ਧੀਰ ਦਾ ਮਤਲਬ ਧੀਰਜ, ਧੀਰਜ ਦਾ ਮਤਲਬ ਇੱਥੇ ਧੀਰ ਦਾ ਮਤਲਬ ਹੈ ਸ਼ਾਂਤੀ। ਸਭ ਆਸਾਂ ਦਾ ਮਤਲਬ ਸਾਰੀਆਂ ਆਸਾਵਾਂ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਸੁਣ ਦਾ ਮਤਲਬ ਸੁਣ ਕੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੀ ਸ਼ਰਨ ਪੈ ਕੇ, ਹਰੀ ਦੇ ਗੁਣ ਗਾ ਕੇ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ, ਔਰ ਪ੍ਰਭੂ ਦੀ ਸਿਫਤ ਸਲਾਹ ਸੁਣ ਕੇ ਮਨ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਿਆ ਸਾਰੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਨੇ। ਮਤਲਬ ਕਿ ਜੀਵਨ ਦੇ ਅੰਦਰ ਆਸਾਵਾਂ ਔਰ ਤ੍ਰਿਸ਼ਨਾਵਾਂ ਰਹਿੰਦੀਆਂ ਹੀ ਨਹੀਂ ਹਨ। ਆਸਾਵਾਂ ਔਰ ਤ੍ਰਿਸ਼ਨਾਵਾਂ ਮੁੱਕ ਹੀ ਜਾਂਦੀਆਂ ਨੇ। ਜਿਹੜੀਆਂ ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਇਹ ਆਸਾਵਾਂ ਮੁੱਕ ਜਾਂਦੀਆਂ ਨੇ। ਔਰ ਪ੍ਰਭੂ ਦੀ ਸਿਫਤ ਸਲਾਹ ਸੁਣ ਕੇ ਮਨ ਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ। ਔਰ ਹਕੀਕਤ ਹੈ ਕਿ ਜੇ ਅਸੀਂ ਰੱਬੀ ਗੁਣਾਂ ਦੀ ਗੱਲ ਸੁਣੀਏ, ਰੱਬੀ ਹੁਕਮ ਦੀ ਗੱਲ ਸੁਣੀਏ, ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ। ਔਰ ਜੇ ਅਸੀਂ ਗੁਣਾਂ ਦੇ ਧਾਰਨੀ ਹੋਈਏ, ਰੱਬੀ ਰਜ਼ਾ ਦੇ ਵਿੱਚ ਤੁਰੀਏ, ਤਾਂ ਪਾਪਾਂ ਵਿਕਾਰਾਂ ਵਾਲੀਆਂ ਆਸਾਵਾਂ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ। ਪੌੜੀ, ਹਰ ਊਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ। ਮੌਲਾ ਦਾ ਮਤਲਬ ਜੋ ਮਿਲਿਆ ਹੋਇਆ ਹੈ। ਹਰਿਆ ਦਾ ਮਤਲਬ ਹੈ ਹਰਿਆ ਕਰਨ ਵਾਲਾ, ਜੀਵਨ ਰਸ ਦੇਣ ਵਾਲਾ, ਆਤਮਿਕ ਜ਼ਿੰਦਗੀ ਦੇਣ ਵਾਲਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਸਭ ਵਿੱਚ ਵਿਆਪਕ ਹੈ, ਸਾਰਿਆਂ ਦੇ ਅੰਦਰ ਮਿਲਿਆ ਹੋਇਆ ਹੈ, ਔਰ ਜੋ ਹਰੀ ਦਾ ਹੁਕਮ ਹੈ ਉਹ ਉੱਤਮ, ਮਹਾਨ ਹੈ, श्रेष्ठ है और जीवन जुगत देने वाला है, आत्मिक जीवन देने वाला है और आत्मिक आनंद देने वाला है, जो प्रभु सारिਆਂ ਦੇ ਅੰਦਰ ਸਮਾਇਆ ਹੋਇਆ ਹੈ ਔਰ ਸਾਰਿਆਂ ਦੇ ਅੰਦਰ ਮਿਲਿਆ ਹੋਇਆ ਹੈ। ਉਹਦਾ ਹੁਕਮ, ਉਹਦੀ ਸਿਫਤ ਸਲਾਹ, ਉਹਦੇ ਗੁਣ ਆਤਮਿਕ ਜੀਵਨ ਦੇਣ ਵਾਲੇ ਨੇ। ਜੋ ਜਪਦੇ ਹਰ ਹਰ ਦਿਨ ਰਾਤ, ਤਿਨ ਸੇਵੇ ਚਰਨ ਨਿਤ ਕੌਲਾ। ਕੌਲਾ ਦਾ ਮਤਲਬ ਮਾਇਆ। ਜੋ ਜਪਦੇ, ਜਪਦੇ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਯਾਨੀ ਜਾਣ ਪਹਿਚਾਨ ਪਾਣੀ, ਸਾਂਝ ਪਾਣੀ। ਜਪਦੇ ਦਾ ਮਤਲਬ ਜੋ ਹਰੀ ਦੇ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਮਤਲਬ ਹਰੀ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਤਾਂ ਜੋ ਪ੍ਰਭੂ ਦੀ ਸਿਫਤ ਸਲਾਹ ਦਿਨ ਰਾਤ ਕਰਦੇ ਨੇ, ਉਹਨਾਂ ਦੇ ਚਰਨ ਮਾਇਆ ਸੇਵਦੀ ਹੈ, ਭਾਵ ਕਿ ਮਾਇਆ ਉਹਨਾਂ ਦੇ ਚਰਨਾਂ ਦੀ ਦਾਸੀ ਹੋ ਜਾਂਦੀ ਹੈ। ਆਮ ਜੋ ਹੈ ਮਾਇਆ ਮਨੁੱਖ ਦੀ ਮਾਲਕ ਬਣੀ ਪਈ ਹੈ ਨਾ। ਮਾਇਆ ਦਾ ਮਤਲਬ ਜੋ ਸੋਚ, ਜਿਹੜੀ ਸੋਚ ਸਾਨੂੰ ਰੱਬ ਤੋਂ ਵੱਖਰਿਆਂ ਕਰਦੀ ਹੈ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਜੋ ਸੋਚ ਜੋ ਸਾਡੇ ਅੰਦਰ ਸਵਾਰਥ ਆਦਿਕ ਪੈਦਾ ਕਰਦੀ ਹੈ, ਉਹ ਸੋਚ ਆਮ ਮਨੁੱਖ ਦੀ ਮਾਲਕ ਬਣੀ ਹੋਈ ਹੈ ਨਾ। ਉਸ ਸੋਚ ਨੇ ਹਰ ਮਨੁੱਖ ਨੂੰ ਦਬਾਇਆ ਹੋਇਆ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਸੋਚ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਦਾਸੀ ਹੋ ਜਾਂਦੀ ਹੈ। ਐਸੀ ਸੋਚ ਨੂੰ ਆਪਣੇ ਅਧੀਨ ਕਰ ਲੈਂਦੇ ਨੇ। ਕੌਣ? ਜੋ ਦਿਨ ਰਾਤ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵਸੈ ਨਿਕਟ ਸਭ ਜੌਲਾ। ਜੌਲਾ ਦਾ ਮਤਲਬ ਵੱਖਰਾ। ਨਿਤ ਸਾਰ ਸੰਭਾਲੇ ਦਾ ਮਤਲਬ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ। ਪ੍ਰਭੂ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ ਔਰ ਉਹ ਸਭ ਦੇ ਨੇੜੇ ਵਸਦਾ ਹੈ। ਤੇ ਜੌਲਾ ਦਾ ਮਤਲਬ ਸਭ ਤੋਂ ਵੱਖਰਾ ਵੀ ਹੈ। ਵੱਖਰਾ ਦਾ ਮਤਲਬ ਨਿਰਲੇਪ ਹੈ, ਜਗਤ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ ਔਰ ਸਾਰਿਆਂ ਦੇ ਨੇੜੇ ਵੀ ਹੈ ਔਰ ਸਾਰੇ ਜੀਵ ਜਨਤਾ ਦੀ ਸੰਭਾਲ ਕਰਦਾ ਹੈ। ਉਹ ਪ੍ਰਭੂ ਸਭ ਦੇ ਨੇੜੇ ਵੀ ਹੈ ਔਰ ਸਭ ਤੋਂ ਵੱਖਰਾ ਵੀ ਹੈ, ਨਿਰਲੇਪ ਵੀ ਹੈ। ਔਰ ਹਕੀਕਤ ਇਹੀ ਹੈ ਕਿ ਰੱਬ ਵਾਸਤਵ ਦੇ ਅੰਦਰ ਹੀ
ਵਾਸਤਵ ਦੇ ਵਿੱਚ ਹੀ ਸਾਡੇ ਨੇੜੇ ਹੈ, ਹਰ ਇੱਕ ਦੇ ਅੰਦਰ ਹੈ, ਕਿਸੇ ਤੋਂ ਦੂਰ ਨਹੀਂ ਹੈ, ਪਰ ਬੰਦਾ ਆਪ ਦੂਰ ਹੋਇਆ ਹੋਇਆ ਹੈ। ਜਿਵੇਂ ਆਪਾਂ ਰੋਜ਼ ਬੇਨਤੀ ਕਰ ਰਹੇ ਹਾਂ, ਮੈਂ ਜਿਵੇਂ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਰੱਬੀ ਗੁਣ ਹਰ ਇਨਸਾਨ ਦੇ ਨਜ਼ਦੀਕ ਨੇ, ਸਤ ਸੰਤੋਖ ਦਇਆ ਧਰਮ ਹਰ ਇਨਸਾਨ ਦੇ ਅੰਦਰ ਨੇ। ਕੋਈ ਸੱਚ ਦੂਰ ਥੋੜਾ ਹੈ ਕਿ ਅਸੀਂ ਸੱਚ ਬੋਲਣ ਵਾਸਤੇ ਕੋਈ 10-20 ਮੀਲ ਦੂਰ ਜਾ ਕੇ ਸੱਚ ਬੋਲ ਸਕਦੇ ਹਾਂ। ਸੱਚ ਤੇ ਹਰ ਥਾਂ ਤੇ ਹੈ, ਦਇਆ ਤੇ ਹਰ ਥਾਂ ਤੇ ਹੈ, ਦਇਆ ਪਿਆਰ ਮੁਹੱਬਤ ਹਰ ਇਨਸਾਨ ਦੇ ਅੰਦਰ ਹੈ। ਪਰ ਬੰਦਾ ਆਪ ਇਹਨਾਂ ਗੁਣਾਂ ਤੋਂ ਦੂਰ ਹੋਇਆ ਫਿਰਦਾ ਹੈ ਨਾ, ਆਪ ਇਹਨਾਂ ਗੁਣਾਂ ਦਾ ਧਾਰਨੀ ਨਹੀਂ ਹੈ, ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ, ਇੰਪਲੀਮੈਂਟ ਨਹੀਂ ਕਰ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਪ੍ਰਭੂ ਸਾਰਿਆਂ ਦੀ ਸੰਭਾਲ ਕਰਦਾ ਹੈ, ਸਾਰਿਆਂ ਦੇ ਨਜ਼ਦੀਕ ਹੈ ਔਰ ਸਭ ਤੋਂ ਵੱਖਰਾ ਹੈ। ਸੋ ਬੂਝੈ ਜਿਸ ਆਪ ਬੁਝਾਏ ਸੀ, ਜਿਸ ਸਤਿਗੁਰ ਪੁਰਖ ਪ੍ਰਭ ਸੌਲਾ। ਸੌਲਾ ਦਾ ਮਤਲਬ ਹੁੰਦਾ ਹੈ ਸਵੱਲਾ, ਯਾਨੀ ਪ੍ਰਸੰਨ, ਖੁਸ਼, ਜਿਹਦੇ ਤੇ ਗੁਰੂ ਰਹਿਮਤਵਾਨ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਸ ਗੱਲ ਨੂੰ ਉਹ ਸਮਝਦਾ ਹੈ ਜਿਹਨੂੰ ਪ੍ਰਭੂ ਆਪ ਬੁਝਾਉਂਦਾ ਹੈ, ਆਪ ਇਹ ਸੂਝ ਬਖਸ਼ਦਾ ਹੈ। ਤੇ ਆਪ ਸੂਝ ਕਿਹਨੂੰ ਬਖਸ਼ਦਾ ਹੈ? ਜਿਸ ਸਤਿਗੁਰ ਪੁਰਖ ਪ੍ਰਭ ਸੌਲਾ, ਕਿ ਰੱਬ ਦਾ ਰੂਪ ਗੁਰੂ ਜਿਸ ਤੇ ਸਵੱਲੀ ਨਜ਼ਰ ਕਰਦਾ ਹੈ, ਜਿਸ ਤੇ ਗੁਰੂ ਮਿਹਰਬਾਨ ਹੁੰਦਾ ਹੈ, ਉਹਨੂੰ ਪ੍ਰਭੂ ਇਹ ਗੱਲ ਬੁਝਾਉਂਦਾ ਹੈ ਤੇ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ। ਇਹਨੂੰ ਹੋਰ ਸੌਖੇ ਸ਼ਬਦਾਂ ਵਿੱਚ ਸਮਝ ਲਓ ਕਿ ਜਿਸ ਤੇ ਗੁਰੂ ਦੀ ਰੱਬ ਦੀ ਰਹਿਮਤ ਹੁੰਦੀ ਹੈ, ਉਹ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਸ ਗੱਲ ਨੂੰ ਸਮਝ ਲੈਂਦਾ ਹੈ, ਉਹਨੂੰ ਵਿਸ਼ਵਾਸ ਆ ਜਾਂਦਾ ਹੈ ਕਿ ਚਾਰ ਚੁਫੇਰੇ ਇੱਕ ਹਰੀ ਵਿਆਪਕ ਹੈ, ਹਰ ਥਾਂ ਤੇ ਰੱਬੀ ਗੁਣ ਨੇ, ਉਹਨਾਂ ਗੁਣਾਂ ਦਾ ਧਾਰਨੀ ਹੁੰਦਾ, ਹਰ ਥਾਂ ਤੇ ਉਹਦਾ ਆਨੰਦ ਮਾਣਦਾ ਹੈ। ਸਭ ਗਾਵੋ ਗੁਣ ਗੋਵਿੰਦ ਹਰੇ, ਗੋਵਿੰਦ ਹਰੇ, ਗੋਵਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ। ਸਮੌਲਾ ਦਾ ਮਤਲਬ ਸਮਾ ਜਾਈਦਾ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਭਾਈ, ਸਾਰੇ ਹੀ ਗੋਵਿੰਦ ਦੇ ਗੁਣ ਗਾਓ, ਗੋਵਿੰਦ ਦੇ ਗੁਣਾਂ ਦੀ ਧਾਰਨੀ ਹੋਵੋ, ਮਨ ਬਚਨ ਔਰ ਕਰਮ ਕਰਕੇ। ਗੁਣ ਗਾਵਤ, ਕਿਉਂਕਿ ਗੁਣ ਗਾਉਂਦਿਆਂ ਗਾਉਂਦਿਆਂ ਗੁਣੀ ਸਮੌਲਾ ਦਾ ਮਤਲਬ ਗੁਣੀ ਰੱਬ ਦੇ ਅੰਦਰ ਸਮਾ ਜਾਈਦਾ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਣ ਵਾਲਾ ਗੁਣੀ ਰੱਬ ਦੇ ਅੰਦਰ ਸਮਾ ਜਾਂਦਾ ਹੈ। ਇਸ ਲਈ ਗੁਰੂ ਜੀ ਸਾਨੂੰ ਸੌਖਾ ਸਾਧਨ ਦੱਸ ਰਹੇ ਨੇ ਕਿ ਪਿਆਰਿਓ, ਸਾਰੇ ਹੀ ਇਨਸਾਨ ਰੱਬੀ ਗੁਣਾਂ ਦੇ ਧਾਰਨੀ ਹੋਵੋ, ਰੱਬੀ ਸਿਫਤ ਸਲਾਹ ਕਰੋ, ਕਿਉਂਕਿ ਰੱਬੀ ਸਿਫਤ ਸਲਾਹ ਕਰਨ ਦੇ ਨਾਲ ਬੰਦਾ ਗੁਣੀ ਪ੍ਰਭੂ ਦੇ ਅੰਦਰ ਸਮਾ ਕੇ ਉਸ ਪ੍ਰਭੂ ਦਾ ਹੀ ਸਦਾ ਸਦਾ ਵਾਸਤੇ ਰੂਪ ਹੋ ਜਾਂਦਾ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਹਨ ਤਾਂ ਉਹ ਆਪਣੇ ਵਿਚਾਰ ਦੇ ਸਕਦੇ ਨੇ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ